देखा।
जी दिलजीत मैम, मैम अनम्यूट करियो जी। ठीक है, स्टार्ट वीडियो। फोन में स्क्रीन करा शेयर? हाँ जी स्क्रीन शेयर करियो जी। अच्छा स्क्रीन शेयर है, फर्स्ट लगा दो स्लाइड। हां इधर देख, होम शेयर कर। पक्का? हां पक्का। नहीं कुछ और होगा। नहीं है वही होगी मैडम, देखियो बस स्क्रीन शेयर आएगी आ रही है। जस्ट वेट जी। हार्ड एंगल हो गया ना? जी 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 जी। सेकंड शो करिए जरा, इनू ਜ਼ੂਮ ਆਊਟ ਕਰ ਦੋ, ਸਾਨੂੰ ਕहियो ਸਿੰਗਲ ਸਕਰੀਨ ਤੇ ਆਵੇ। इनू ਜ਼ੂਮ मतलब कि स्लाइड शो सिंगल कर पे। लो। हाँ हाँ जी हाँ जी जी स्लाइड ठीक है। स्टार्ट। तेरी वीडियो नहीं आ रही कितने? जी गुड मैम, ठीक है जी, ठीक है ना, ठीक है ना जी बिल्कुल। मैम बाकी ज्वाइन कराने लगी है, ठीक है जी। विदिन 1 मिनट तुसी कर दियो स्टार्ट, ठीक है जी। इनू मिनिमाइज किवें करा? नहीं करना एज इट इज रखो जी, बस इधर एज इट इज रहेगा जी बस। नहीं करना ही नहीं, आपका करना नहीं। वेटिंग रूम ठीक है ठीक है ठीक है ठीक है, वो मैं करूंगी सर, वो मैं करूंगी जी, ओदी वरी ना करो, ठीक है। ओके विदिन 2 मिनट तुसी स्टार्ट कर दियो, ओके ठीक है। ਤੇ ਮੈਮ ਇੱਕ ਹੋਰ ਚੀਜ਼ ਨੋਟਿਸ ਕਰਿਓ ਕਿ ਮੇਰੀ ਜੀ ਜੀ। ਆਵਾਜ਼ ਕਿਸੇ ਵੇਲੇ ਮਿਊਟ ਹੋ ਜਾਂਦੀ ਹੈ ਤਾਂ ਤੁਸੀਂ ਮੈਨੂੰ ਦੱਸ ਦੇਣਾ ਉਸੇ ਵੇਲੇ। ਉਹ ਮਿਊਟ ਤਾਂ ਹੋਏਗੀ, ਸਿਰਫ ਹੁਣ ਸਟਾਰਟਿੰਗ ਜੀ ਇੱਕ ਵਾਰੀ ਮਿਊਟ ਹੋਏਗੀ, ਕਿਉਂਕਿ ਉਹ ਮੈਂ ਸਾਰਿਆਂ ਨੂੰ ਮਿਊਟ ਕਰਨਾ ਨਾ ਇੱਕ ਵਾਰੀ ਹੋਣਾ ਬਸ। ਤੁਸੀਂ ਉਸੇ ਵੇਲੇ ਆਪਣੇ ਨੂੰ ਅਨਮਿਊਟ ਕਰ ਲੈਣਾ, ਮੈਂ ਦੱਸ ਦਊਂਗੀ। ਠੀਕ ਹੈ ਸਿਰਫ ਸਟਾਰਟਿੰਗ ਜੀ ਹੁੰਦਾ ਇੱਕ ਵਾਰੀ, ਠੀਕ ਹੈ ਜੀ। ਓਕੇ ਮੈਮ ਜੀ। सुनो देखिए जूम हो गया, नहीं दिसूगी स्लाइड? ठीक है मैम, बिल्कुल ठीक है। अपना रिकॉर्डिंग सेशन है ना, ठीक है जी, बिल्कुल सही है। नहीं ये तो ठीक ਸੀਗਾ, ਹਾਂ ਸਹੀ ਸੀਗਾ। ਇਹ ਛੋਟਾ ਰਹਿਣ ਦੇ, ਤੂੰ ਕੀ ਕਰਨਾ ਦੇਖ ਕੇ? ਦੇਖਣਾ ਤੇ ਇੱਥੋਂ ਤੈਨੂੰ ਕੀ ਦਿਸੂਗਾ? ਸਰ ਸਲੋ ਪਬਲਿਕ ਸੁਣ ਰਹੀ ਹੈ ਜੀ 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 ਜੀ। ਮਿਊਟ ਕਰ ਲਓ ਤੁਸੀਂ, ਮਿਊਟ ਕਰ ਲਓ ਜੀ, ਮਿਊਟ ਕਰਕੇ ਗੱਲ ਕਰੋ। बस ठीक है, ओके ठीक है। जी मैम स्टार्ट कर दो जी। ओके थैंक यू मैम। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਦਲਜੀਤ ਕੌਰ, ITI ਵੂਮੈਨ ਰੋਪੜ ਤੋਂ ਸਰਫੇਸ ਆਰਨਾਮੈਂਟੇਸ਼ਨ ਦੀ ਇੰਸਟ੍ਰਕਟਰ। ਅੱਜ ਦਾ ਜੋ ਮੇਰਾ ਟੌਪਿਕ ਹੈ ਉਹ ਹੈ ਹਾਰਡ ਐਂਗਰ, ਡਾਊਨ ਪੁੱਲ ਥ੍ਰੈਡ, ACC ਐਂਡ ਕ੍ਰੋਸਵਰਡ। ਠੀਕ ਹੈ, ਅੱਜ ਮੈਂ ਤੁਹਾਨੂੰ ਇਸ ਟੌਪਿਕ ਬਾਰੇ ਦੱਸੂਗੀ। ਸਭ ਤੋਂ ਪਹਿਲਾਂ ਹੈ ਹਾਰਡ ਐਂਗਰ। ਹਾਰਡ ਐਂਗਰ ਕੀ ਹੈ? ਇੱਕ ਐਮਬ੍ਰੋਇਡਰੀ ਹੈ ਜੋ ਕਿ ਚਿੱਟੇ ਕੱਪੜੇ ਉੱਪਰ ਚਿੱਟੇ ਧਾਗੇ ਨਾਲ ਕੀਤੀ ਜਾਂਦੀ ਹੈ। ਠੀਕ ਹੈ, ਇਹਦੇ ਲਈ ਕੱਪੜਾ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ? ਬੁਣਿਆ ਹੋਇਆ ਕੱਪੜਾ, ਮਤਲਬ ਕਿ ਜਿਹਦੇ ਧਾਗੇ ਅਸੀਂ ਆਸਾਨੀ ਨਾਲ ਖਿੱਚ ਸਕਦੇ ਹਾਂ, ਗਿਣ ਸਕਦੇ ਹਾਂ, ਸਾਨੂੰ ਡਿਫੀਕਲਟੀ ਨਾ ਆਵੇ, ਅਸੀਂ ਉਸ ਤਰ੍ਹਾਂ ਦਾ ਕੱਪੜਾ ਇਹਦੇ ਲਈ ਯੂਜ਼ ਕਰਦੇ ਹਾਂ। ਠੀਕ ਹੈ, ਹਾਰਡ ਐਂਗਰ ਕਢਾਈ ਵਾਸਤੇ। ਉਸ ਤੋਂ ਬਾਅਦ ਹੈ ਆਧੁਨਿਕ ਹਾਰਡ ਐਂਗਰ। ਜਿਹੜੀ ਪੁਰਾਣੀ ਹਾਰਡ ਐਂਗਰ ਹੁੰਦੀ ਸੀ ਉਹ ਵਾਈਟ ਕੱਪੜੇ ਉੱਪਰ ਵਾਈਟ ਹੀ ਥ੍ਰੈਡ ਦੇ ਨਾਲ ਕਢਾਈ ਕੀਤੀ ਜਾਂਦੀ ਸੀ। ਪਰ ਜੋ ਅੱਜ ਕੱਲ੍ਹ ਹੁੰਦੀ ਹੈ ਆਧੁਨਿਕ ਹਾਰਡ ਐਂਗਰ ਦੀ ਕਢਾਈ ਹੁੰਦੀ ਹੈ ਉਹ ਕਲਰਫੁਲ ਧਾਗੇ ਨਾਲ ਵੀ, ਮਤਲਬ ਕਿ ਅਸੀਂ ਉਹਦੇ ਉੱਪਰ ਕਢਾਈ ਕਰ ਸਕਦੇ ਹਾਂ। ਵਾਈਟ ਉੱਪਰ ਵਾਈਟ ਦਾ ਟ੍ਰੈਂਡ ਨਹੀਂ ਰਹਿ ਗਿਆ, ਉਹਨੂੰ ਕਲਰਫੁਲ ਵਿੱਚ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਤਾਣੇ ਬਾਣੇ ਦੀ। ਤਾਣਾ ਬਾਣਾ ਕੀ ਹੁੰਦਾ? ਕਿਉਂਕਿ ਹਾਰਡ ਐਂਗਰ ਕਢਾਈ ਹੈ, ਹਾਰਡ ਐਂਗਰ ਕਢਾਈ ਦੇ ਵਿੱਚ ਬਾਰ-ਬਾਰ ਵਰਡ ਆਉਂਦੇ ਆ ਤਾਣੇ ਬਾਣੇ। ਕੀ ਹੁੰਦੇ ਆ ਤਾਣੇ ਬਾਣੇ? ਵਾਰਪ ਥ੍ਰੈਡ ਐਂਡ ਵੈਫਟ ਥ੍ਰੈਡ, ਇਹ ਕੁਐਸਚਨਸ ਵੀ ਬਹੁਤ ਆਉਂਦੇ ਆ। ਜਿਹੜੇ ਤਾਣੇ ਬਾਣੇ ਹੁੰਦੇ ਆ ਲੰਬਾਈ ਦੇ ਧਾਗੇ ਹੁੰਦੇ ਆ, ਚੌੜਾਈ ਦੇ ਧਾਗੇ ਹੁੰਦੇ ਆ। ਠੀਕ ਹੈ, ਵਾਰਪ ਥ੍ਰੈਡਸ ਹੁੰਦੇ ਆ ਲੰਬਾਈ ਵਾਲੇ ਧਾਗੇ, ਔਰ ਵੈਫਟ ਜੋ ਥ੍ਰੈਡਸ ਹੁੰਦੇ ਆ ਉਹ ਹੁੰਦੇ ਆ ਚੌੜਾਈ ਵਾਲੇ ਧਾਗੇ। ਹੁਣ ਹਾਰਡ ਐਂਗਰ ਲਈ ਕਿਹੜਾ ਸਮਾਨ ਵਰਤਿਆ ਜਾਂਦਾ ਹੈ? ਹਾਰਡ ਐਂਗਰ ਲਈ ਸਭ ਤੋਂ ਪਹਿਲਾਂ ਵਰਤਿਆ ਜਾਂਦਾ ਹੈ ਫੈਬਰਿਕ।
ठीक है। ਆਪਾਂ ਨੂੰ ਕੱਪੜੇ ਦੀ ਲੋੜ ਹੈ, ਧਾਗੇ ਦੀ ਲੋੜ ਹੈ, ਕੈਂਚੀ ਦੀ ਲੋੜ ਹੈ, ਸੂਈ ਦੀ ਲੋੜ ਹੈ, ਰੋਸ਼ਨੀ ਮਤਲਬ ਕਿ ਆਪਾਂ ਇਸ ਕੰਮ ਨੂੰ ਰੋਸ਼ਨੀ ਦੇ ਵਿੱਚ ਕਰਨਾ ਹੈ, ਹਨੇਰੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਕਾਫੀ ਬਰੀਕੀ ਵਾਲਾ ਕੰਮ ਹੈ। ਬਰਤਨ ਦੀ ਲੋੜ ਹੈ, ਚਿਮਟੀ ਦੀ ਲੋੜ ਹੈ। ਸਭ ਤੋਂ ਪਹਿਲਾਂ ਹੈ ਹਾਰਡ ਐਂਗਰ ਕਢਾਈ ਲਈ ਫੈਬਰਿਕ। ठीक है। हुण हार्ड एंगर जो कढ़ाई है वो नॉर्वे की कढ़ाई है। ठीक है, नॉर्वे की एम्ब्रॉयडरी बोलते हैं, नॉर्वे की कढ़ाई है ये। ਇਹਦਾ क्या है, फैब्रिक सानू किस तरह का चाहिए जिहदे धागे असीं गिण सकते हैं, काउंट कर सकते हैं, फैब्रिक दे विचों धागे आसानी नाल खिंच के कढ सकते हैं। ਇਹਦੇ ਲਈ ਉਹ वाला फैब्रिक यूज किया जाता है। खद्दर केस पैंट ਇਹਦੇ ਲਈ बहुत वधिया कपड़ा हुंदा है। ठीक है जी। ਉਹਦੇ ਕੀ ਹੈ, ਤਾਰਾਂ ਜੋ ਹੁੰਦੀਆਂ ਮੋਟੀਆਂ ਤਾਰਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਆਸਾਨੀ ਨਾਲ ਕਟਿੰਗ ਵੀ ਕਰ ਦਾਂਗੇ ਔਰ ਆਸਾਨੀ ਨਾਲ ਅਸੀਂ ਖਿੱਚ ਵੀ ਲਵਾਂਗੇ। ਹੁਣ ਇਹਦੇ ਲਈ ਥ੍ਰੈਡ ਕਿਹੜਾ ਯੂਜ਼ ਹੁੰਦਾ ਹੈ? ਇਹਦੇ ਲਈ ਜੋ ਥ੍ਰੈਡ ਯੂਜ਼ ਹੁੰਦਾ ਹੈ ਉਹ पर्ल सूती थ्रेड यूज होंदा है, पर्ल दा थ्रेड यूज होंदा है। ठीक है, सूती रीलां, ये चाहे एंकर दियां गुच्छियां भी आ सकदा है, रीलां भी आ सकदा है। ਇਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਹੈ, ਗੁੱਛੀਆਂ 'ਚ ਹੋ ਸਕਦਾ ਹੈ, ਐਂਕਰ ਦੀਆਂ ਰੀਲਾਂ ਦੇ ਰੂਪ ਵਿੱਚ ਹੋ ਸਕਦਾ ਹੈ। ਇਹਦੇ ਵਾਸਤੇ ਪਰਲ ਥ੍ਰੈਡ, ਸੂਤੀ ਥ੍ਰੈਡ ਹੀ ਯੂਜ਼ ਹੁੰਦੇ ਆ। ਕਿਉਂ? ਕਿਉਂਕਿ ਇਹਨਾਂ ਦੇ ਕਲਰ ਕਦੇ ਨਿਕਲਦੇ ਨਹੀਂ। ਠੀਕ ਹੈ, ਆਪਾਂ ਇਹਦੇ ਵਾਸਤੇ ਹਾਰਡ ਐਂਗਰ ਕਢਾਈ ਵਾਸਤੇ ਪਰਲ ਦੇ ਥ੍ਰੈਡ ਦੀ ਯੂਜ਼ ਕਰਨੇ ਆ। ਉਸ ਤੋਂ ਬਾਅਦ ਹੈ ਕੈਂਚੀ। ਹਾਰਡ ਐਂਗਰ ਕਢਾਈ ਵਾਸਤੇ ਹਮੇਸ਼ਾ ਆਪਾਂ ਤਿੱਖੀ ਕੈਂਚੀ ਯੂਜ਼ ਕਰਨੀ ਹੈ। ਤਿੱਖੀ ਕੈਂਚੀ, ਪੁਆਇੰਟਡ ਕੈਂਚੀ। ਕਾਹਦੇ ਵਾਸਤੇ? ਕਿਉਂਕਿ ਆਪਾਂ ਇਹਦੇ ਧਾਗੇ ਕੱਟਣੇ ਆ। ਜੇ ਆਪਣੀ ਕੈਂਚੀ ਫਰੰਟ ਤੋਂ ਤਿੱਖੀ ਨਹੀਂ ਹੋਏਗੀ ਤਾਂ ਆਪਾਂ ਕੀ ਹੈ, ਧਾਗੇ ਨਹੀਂ ਕੱਟ ਸਕਾਂਗੇ। ਉਸ ਤੋਂ ਬਾਅਦ ਪਰਲ ਹਾਰਡ ਐਂਗਰ ਲਈ ਸੂਈ ਇਹਦੇ ਵਾਸਤੇ ਹਰ ਧਾਗੇ ਵਾਸਤੇ ਅਲੱਗ-ਅਲੱਗ ਨੰਬਰ ਦੀ ਸੂਈ ਲੱਗਦੀ ਹੈ। ਜਿਵੇਂ ਪਰਲ ਦਾ ਅਗਰ 5 ਨੰਬਰ ਦਾ ਆਪਾਂ ਧਾਗਾ ਲਵਾਂਗੇ ਤਾਂ ਉਹਦੇ ਲਈ 20 ਨੰਬਰ ਦੀ ਸੂਈ ਲੱਗੇਗੀ। ਪਰਲ ਦਾ 8 ਨੰਬਰ ਦਾ ਧਾਗਾ ਲਵਾਂਗੇ ਤਾਂ 22 ਨੰਬਰ ਦੀ ਸੂਈ ਲੱਗੇਗੀ। ਪਰਲ 12 ਨੰਬਰ ਦਾ ਥ੍ਰੈਡ ਲਵਾਂਗੇ ਤਾਂ 24 ਨੰਬਰ ਦੀ ਸੂਈ ਲੱਗੇਗੀ। ਇਹਦੇ ਵਾਸਤੇ ਟਪੈਸਟਰੀ ਨੀਡਲ ਦੀ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਟਪੈਸਟਰੀ ਨੀਡਲ, ਇਹ ਵੀ ਕੁਐਸਚਨ ਬਹੁਤ ਆਉਂਦਾ ਹੈ। ਉਸ ਤੋਂ ਬਾਅਦ ਹੈ ਹਾਰਡ ਐਂਗਰ ਕਢਾਈ ਲਈ ਡਿਜ਼ਾਈਨ। ਜੋ ਇਹ ਜਿਹੜਾ ਡਿਜ਼ਾਈਨ ਹੈ ਹਾਰਡ ਐਂਗਰ ਜਿਹੜੀ ਕਢਾਈ ਹੈ ਟਿਪੀਕਲ ਐਮਬ੍ਰੋਇਡਰੀ ਦੇ ਵਿੱਚ ਆਉਂਦੀ ਹੈ। ਇਹਦੇ ਲਈ ਮੋਟਿਵ ਕਦੇ ਵੀ ਟਰੇਸ ਨਹੀਂ ਹੋ ਸਕਦਾ, ਟਰੇਸਿੰਗ ਨਹੀਂ ਹੁੰਦੀ ਇਹਦੀ। ਇਹਦੇ ਲਈ ਜੋ ਮੋਟਿਵ ਲਏ ਜਾਂਦੇ ਨੇ ਜਿਓਮੈਟ੍ਰੀਕਲ ਲਏ ਜਾਂਦੇ ਨੇ। ਜਿਓਮੈਟ੍ਰੀਕਲ ਵਿੱਚ ਤਿਕੋਣ ਆ ਜਾਂਦੇ ਆ, ਹੀਰੇ ਮਤਲਬ ਕਿ ਦਿਲ ਵਾਲੇ ਆ ਜਾਂਦੇ ਆ। ਠੀਕ ਹੈ, ਜ਼ਿਗਜ਼ੈਗ ਵਾਲੇ ਆ ਜਾਂਦੇ ਆ, ਕ੍ਰੋਸ ਸਟਿਚ ਵਾਲੇ ਪੈਟਰਨ ਆ ਜਾਂਦੇ ਆ। ਇਹਦੇ ਵਾਸਤੇ ਸਾਨੂੰ ਜੋ ਪੈਟਰਨਸ ਦੀ ਲੋੜ ਪੈਂਦੀ ਆ ਉਹ ਜਿਓਮੈਟ੍ਰੀਕਲ ਡਿਜ਼ਾਈਨਸ ਦੀ ਲੋੜ ਪੈਂਦੀ। ਉਸ ਤੋਂ ਬਾਅਦ ਗੱਲ ਕਰਦੇ ਆ ਫਰੇਮ ਦੀ। ਹੁਣ ਹਾਰਡ ਐਂਗਰ ਕਢਾਈ ਕਰਨੀ ਹੈ ਤਾਂ ਸਾਨੂੰ ਫਰੇਮ ਦੀ ਵੀ ਲੋੜ ਪਏਗੀ ਕਿਉਂਕਿ ਬਿਨਾਂ ਫਰੇਮ ਤੋਂ ਅਸੀਂ ਕੋਈ ਐਮਬ੍ਰੋਇਡਰੀ ਕਰ ਹੀ ਨਹੀਂ ਸਕਦੇ। ਤਾਂ ਅਸੀਂ ਅਕੋਰਡਿੰਗ ਟੂ ਆਪਣੀ डिजाइन फ्रेम दे यूज करना है। अगर छोटा काम करना है तो आप छोटे फ्रेम नाल भी कर सकते हैं, पर अगर वड्डा काम करना है तो आप वड्डे फ्रेम का यूज कर सकते हैं। इसलिए अपने अकॉर्डिंग टू कढ़ाई असी उस चीज़ नूं ध्यान च रख के ही फ्रेम नूं चूज करना। उस तो बाद है ट्वीजर, चिमटी। ਇਹ ਕੁਐਸਚਨ ਬਹੁਤ ਆਉਂਦਾ ਹੈ ਕਿ ਫੈਬਰਿਕ ਜਿਹੜੇ ਥ੍ਰੈਡ ਖਿੱਚਦੇ ਆ ਹਾਰਡ ਐਂਗਰ ਦੇ ਕਿਹਦੇ ਨਾਲ ਖਿੱਚਦੇ ਆ, ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹ ਹੈ ਟਵੀਜ਼ਰ। ਟਵੀਜ਼ਰ ਦੀ ਲੋੜ ਪੈਂਦੀ ਹੈ, ਟਵੀਜ਼ਰ ਨੂੰ ਬੋਲਦੇ ਆ ਚਿਮਟੀ। ਜਦੋਂ ਆਪਾਂ ਥ੍ਰੈਡ ਕੱਟ ਦਿੰਦੇ ਆ ਤਾਂ ਉਹਨੂੰ ਖਿੱਚਣ ਵਾਸਤੇ ਕਾਹਦੇ ਲਈ ਆਪਾਂ ਨੂੰ ਟਵੀਜ਼ਰ ਦੀ ਲੋੜ ਪੈਂਦੀ ਹੈ। ਠੀਕ ਹੈ, ਆਪਾਂ ਉਹਦੀ ਨੋਕ ਦੇ ਨਾਲ ਉਹਨੂੰ ਧਾਗੇ ਨੂੰ ਫੜ ਲੈਂਦੇ ਆ ਔਰ ਉਹਨੂੰ ਖਿੱਚ ਕੇ ਕੀ ਹੈ ਹਾਰਡ ਐਂਗਰ ਦੇ ਸਾਰੇ ਥ੍ਰੈਡ ਕੱਢ ਦਿੰਦੇ ਆ। ਉਸ ਤੋਂ ਬਾਅਦ ਹੈ ਬਰਤਨ। ਖਾਲੀ ਬਰਤਨ ਕਿਉਂ ਚਾਹੀਦਾ ਹੁਣ ਸਾਨੂੰ? ਕਿਉਂਕਿ ਹਾਰਡ ਐਂਗਰ ਕਢਾਈ ਆਪਾਂ ਧਾਗੇ ਕੱਢਣੇ ਆ, ਧਾਗੇ ਕੱਢਣੇ ਆਪਾਂ ਕੀ ਕਰਾਂਗੇ, ਕੱਢੀ ਜਾਵਾਂਗੇ, ਇੱਧਰ ਉੱਧਰ ਸਿੱਟੀ ਜਾਵਾਂਗੇ, ਕੀ ਹੋਏਗਾ ਨਾ ਖਲਾਰਾ ਪੈ ਜਾਏਗਾ। ਇਸ ਕਰਕੇ ਕੰਟੇਨਰ ਰੱਖਣਾ ਹੈ, ਉਹਦੇ ਵਿੱਚ ਪਾਣੀ ਪਾ ਕੇ ਰੱਖ ਸਕਦੇ ਹੋ, ਨਹੀਂ ਸਿੰਪਲ ਕੰਟੇਨਰ ਰੱਖ ਸਕਦੇ ਹੋ। ਉਹਦੇ ਵਿੱਚ ਜਿਹੜੇ ਅਸੀਂ ਥ੍ਰੈਡ ਨੂੰ ਅਸੀਂ ਖਿੱਚੀ ਜਾਵਾਂਗੇ ਤਾਂ ਅਸੀਂ ਉਸ ਕੰਟੇਨਰ ਵਿੱਚ ਰੱਖੀ ਜਾਵਾਂਗੇ ਤਾਂ ਜੋ ਆਲੇ ਦੁਆਲੇ ਖਿਲਾਰਾ ਨਾ ਪਵੇ। ਉਸ ਤੋਂ ਬਾਅਦ ਹੈ ਹਾਰਡ ਐਂਗਰ ਕਢਾਈ ਦੀ ਪਾਲਣਾ ਕਿਵੇਂ ਕੀਤੀ ਜਾਂਦੀ ਹੈ। ਹੁਣ ਇਹਦੇ ਵਿੱਚ ਦੋ ਤੁਹਾਨੂੰ ਪਿਕਚਰਸ ਦਿਖਾਈਆਂ ਗਈਆਂ। ਸਭ ਤੋਂ ਪਹਿਲਾਂ ਹਾਰਡ ਐਂਗਰ ਕਢਾਈ ਨੂੰ ਕਿਸ ਤਰ੍ਹਾਂ ਬਣਾਇਆ ਗਿਆ? ਇੱਕ ਗ੍ਰਾਫ ਦੇ ਉੱਪਰ, ਕਿਉਂਕਿ ਇਹਦੀ ਟਰੇਸ ਨਹੀਂ ਬਣਦੀ, ਇਹਨੂੰ ਗ੍ਰਾਫਿੰਗ ਦੇ ਉੱਪਰ ਡਰਾ ਕੀਤਾ ਜਾਂਦਾ ਹੈ। ਡਰਾ ਕਰਨ ਤੋਂ ਬਾਅਦ ਸੈਕਿੰਡ ਜੋ ਸੈਂਪਲ ਹੈ ਉਹਨੂੰ ਕਢਾਈ ਕੀਤਾ ਹੋਇਆ, ਯਾਨੀ ਕਿ ਸੇਮ ਹੀ ਪੈਟਰਨ ਨੂੰ ਉਹਨਾਂ ਨੇ ਕਢਾਈ ਕੀਤਾ ਹੋਇਆ। ਪਹਿਲਾਂ ਤਾਂ ਆਪਾਂ ਕੀ ਕਰਦੇ ਹਾਂ, ਉਹਨੂੰ ਡਰਾ ਕਰਦੇ ਹਾਂ ਗ੍ਰਾਫ ਦੇ ਉੱਪਰ, ਫਿਰ ਉਸ ਤੋਂ ਬਾਅਦ ਉਹ ਗ੍ਰਾਫਿਕ ਡਿਜ਼ਾਈਨ ਯੂਜ਼ ਕਰਦੇ ਆ ਕੱਪੜੇ ਉੱਪਰ।
ਹਾਰਡ ਐਂਗਰ ਕਢਾਈ ਵਿੱਚ ਵਰਤੇ ਜਾਂਦੇ ਟਾਂਕੇ। ਹਾਰਡ ਐਂਗਰ ਹੁਣ ਕਢਾਈ ਵਿੱਚ ਕਿਹੜੇ ਸਟਿਚ ਵਰਤ ਹੁੰਦੇ ਆ? ਸਭ ਤੋਂ ਜਿਹੜਾ ਇਹਦਾ ਬੇਸਿਕ ਟਾਂਕਾ ਉਹ ਹੈ ਸਾਟਨ। ਠੀਕ ਹੈ, ਸਾਟਨ ਜਿਹੜਾ ਬੇਸਿਕ ਟਾਂਕਾ ਹੈ। ਉਸ ਤੋਂ ਬਾਅਦ ਆਪਾਂ ਉਸਦੇ ਵਿੱਚ ਬਟਨ ਹੋਲ, ਫੈਂਸੀ ਉਲੇੜੀ, ਫਲਾਈ ਸਟਿਚ, ਕੱਚਾ ਟਾਂਕਾ, ਕੇਬਲ ਟਾਂਕਾ, ਪਿਕॉट ਟਾਂਕਾ, ਆਈਲੈਟ ਹੋਲ ਵਰਕ, ਕੱਟ ਵਰਕ, ਇਹ ਸਭ ਚੀਜ਼ਾਂ ਯੂਜ਼ ਕਰ ਸਕਦੇ ਆ ਹਾਰਡ ਐਂਗਰ ਨੂੰ ਬਣਾਉਣ ਲਈ। ਉਸ ਤੋਂ ਬਾਅਦ ਹੈ ਹਾਰਡ ਐਂਗਰ ਸੂਈਆਂ ਦਾ ਕੋਰਸ। ਸੂਈਆਂ ਦਾ ਕੋਰਸ ਕੀ ਚੀਜ਼ ਹੁੰਦੀ ਹੈ? ਮਤਲਬ ਕਿ ਜਦੋਂ ਅਸੀਂ ਕਢਾਈ ਕਰਦੇ ਆ ਸੂਈਆਂ ਦੇ ਨਾਲ ਕੀ ਆ ਉਹਦੇ ਉੱਪਰ ਭਰਾਈ ਕਰ ਦਿੰਦੇ ਆ, ਸਾਟਨ ਦਾ ਟਾਂਕਾ ਭਰ ਦਿੰਦੇ ਆ। ਠੀਕ ਹੈ, ਕਿਉਂਕਿ ਵਾਈਟ ਫੈਬਰਿਕ ਉੱਪਰ ਵਾਈਟ ਐਮਬ੍ਰॉयडरी ਹੈ, ਬਟ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਨਾਲ ਕਲਰਫੁਲ ਵੀ ਆਉਣ ਲੱਗ ਗਈ ਹੈ। ਔਰ ਇਹ ਜ਼ਰੂਰ ਧਿਆਨ ਰੱਖਣਾ ਹੈ ਕਿੱਥੇ ਦੀ ਕਢਾਈ ਹੈ, ਇਹ ਨਾਰਵੇ ਦੀ ਕਢਾਈ ਹੈ। ਸਭ ਤੋਂ ਪਹਿਲਾਂ ਇਹਦਾ ਕੰਮ ਕੀ ਹੁੰਦਾ ਹੈ? ਕਲਸਟਰ ਬਲੌਕ। ਕਲਸਟਰ ਬਲੌਕਸ ਕੀ ਹੁੰਦੇ ਆ? ਪਿਕਚਰ ਵਿੱਚ ਤੁਹਾਨੂੰ ਦਿਖਾਇਆ ਹੋਇਆ ਕਲਸਟਰ ਬਲੌਕਸ ਕੀ ਹੁੰਦੇ ਆ? ਕਲਸਟਰ ਬਲੌਕਸ ਹੁੰਦੇ ਆ ਡੱਬਾ ਬਣਾਉਣਾ, ਬਾਹਰਲੀ ਆਊਟਲਾਈਨਿੰਗ ਦੇ ਕੇ ਹਾਰਡ ਐਂਗਰ ਦਾ ਇੱਕ ਬਲੌਕ ਕ੍ਰੀਏਟ ਕਰਨਾ। ਹੁਣ ਇੱਥੇ ਨੋ ਲਿਖਿਆ ਹੈ, ਨੋ ਕਿਉਂ ਲਿਖਿਆ ਹੈ? ਕਿਉਂਕਿ ਟਾਂਕੇ ਪਾਉਣ ਦਾ ਤਰੀਕਾ ਗਲਤ ਹੈ। ਅਗਰ ਇੱਕ ਹੌਰੀਜ਼ੌਂਟਲ ਜਾ ਰਿਹਾ ਹੈ ਤਾਂ ਦੂਸਰਾ ਵਰਟੀਕਲ ਦੇ ਰੂਪ ਵਿੱਚ ਜਾਏਗਾ, ਇੱਕ ਹੌਰੀਜ਼ੌਂਟਲ ਜਾ ਰਿਹਾ ਤਾਂ ਦੂਸਰਾ ਵਰਟੀਕਲ ਦੇ ਰੂਪ ਵਿੱਚ ਜਾਏਗਾ। ਠੀਕ ਹੈ, ਬਲੌਕ ਤਿਆਰ ਕਰਨਾ ਸਭ ਤੋਂ ਪਹਿਲਾਂ ਹਾਰਡ ਐਂਗਰ ਵਾਸਤੇ। ਉਸ ਤੋਂ ਬਾਅਦ ਹੈ 4 ਸਾਈਡਡ ਹਾਰਡ ਐਂਗਰ ਐਮਬ੍ਰॉयडरी। 4 ਸਾਈਡਡ ਹਾਰਡ ਐਂਗਰ ਐਮਬ੍रॉयडरी ਕਿਸ ਨੂੰ ਕਹਿੰਦੇ ਆ? ਕਿ ਜੋ ਚਾਰੇ ਪਾਸੇ ਤੋਂ ਕੀਤੀ ਜਾਂਦੀ ਹੈ। ਠੀਕ ਹੈ, ਔਰ ਇਹਦਾ ਕੀ ਮਤਲਬ ਕਿ ਇਸ ਟਾਂਕੇ ਦੀ ਖਾਸੀਅਤ ਕੀ ਹੈ? ਪੁੱਠੇ ਪਾਸੇ ਤੋਂ ਕਰਦੇ ਆ ਇਸਨੂੰ। ਠੀਕ ਹੈ, ਫਰੰਟ ਸਾਈਡ ਤੇ ਮੋਰੀਆਂ ਨਜ਼ਰ ਆਉਂਦੀਆਂ ਨੇ, 4 ਸਾਈਡਡ ਮੋਰੀਆਂ, ਮਤਲਬ ਕਿ ਬੈਕ ਤੋਂ ਕ੍ਰੋਸ ਸਟਿਚ ਪਾਉਂਦੇ ਆ, ਮੋਰੀਆਂ ਖਿੱਚਦੇ ਆ, ਔਰ ਉਸ ਤੋਂ ਬਾਅਦ ਕੀ ਕਰਦੇ ਆ ਉਹ ਇਹ ਹਾਰਡ ਐਂਗਰ ਦੀ ਵੇਰੀਏਸ਼ਨ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦਾ ਸਾਟਨ ਟਾਂਕਾ ਤੇ ਬੈਕ ਟਾਂਕਾ। ਮਤਲਬ ਕਿ ਇੱਕ ਆਪਾਂ ਯੂਜ਼ ਕਰਦੇ ਆ ਸਾਟਨ ਸਟਿਚ, ਮੇਨਲੀ ਜੋ ਅਸੀਂ ਜ਼ਿਆਦਾ ਯੂਜ਼ ਕਰਦੇ ਆ ਉਹ ਸਾਟਨ ਸਟਿਚ ਔਰ ਯੂਜ਼ ਕਰਦੇ ਆ ਬੈਕ ਸਟਿਚ। ਠੀਕ ਹੈ, ਇਹ ਦੋਨੋਂ ਸਟਿਚਸ ਨੂੰ ਯੂਜ਼ ਕਰਕੇ ਹਾਰਡ ਐਂਗਰ ਜੋ ਹੈ ਉਹ ਤਿਆਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਡਾਇਮੰਡ ਸਟਿਚ। ਡਾਇਮੰਡ ਕੀ ਹੁੰਦਾ? ਇਹ ਇਸ ਆਕਾਰ ਦਾ ਹੁੰਦਾ। ਇਸ ਆਕਾਰ ਦਾ ਜੋ ਡਾਇਮੰਡ ਬਣਾਉਂਦੇ ਆ ਆਪਾਂ, ਹੁਣ ਦੇਖੋ ਜਿਵੇਂ ਇਸ ਪਿਕਚਰ ਦੇ ਵਿੱਚ ਸੈਂਟਰ ਦੇ ਵਿੱਚ ਜੋ ਪੈਟਰਨ ਤਿਆਰ ਹੋਇਆ ਉਹ ਕੀ ਆ? ਡਾਇਮੰਡ ਸਟਿਚ, ਯਾਨੀ ਕਿ ਸਾਟਨ ਸਟਿਚ ਦੇ ਨਾਲ ਇੱਕ ਡਾਇਮੰਡ ਸਟਿਚ ਤਿਆਰ ਕੀਤਾ ਹੋਇਆ, ਔਰ ਸਾਈਡਾਂ ਤੇ ਕੀ ਲੀਵਸ ਬਣਾ ਕੇ ਉਹਦੀ ਡੈਕੋਰੇਸ਼ਨ ਕੀਤੀ ਹੋਈ ਆ। ਉਸ ਤੋਂ ਨੈਕਸਟ ਹੈ ਡਾਇਗਨਲ। ਡਾਇਗਨਲ ਕੀ ਹੁੰਦਾ? ਜਦੋਂ ਆਪਾਂ ਤਿਰਛੇ ਰੂਪ ਦੇ ਵਿੱਚ ਟਾਂਕੇ ਪਾ ਕੇ ਹਾਰਡ ਐਂਗਰ ਤਿਆਰ ਕਰਦੇ ਆ ਉਹਨਾਂ ਨੂੰ ਬੋਲਦੇ ਆ ਡਾਇਗਨਲ ਸਟਿਚ। ਫਿਰ ਉਹਨਾਂ ਨੂੰ ਆਪਾਂ ਪਿਕॉट ਸਟਿਚ ਦੇ ਨਾਲ ਜੋ ਹੈ ਕਵਰ ਕਰ ਦਿੰਦੇ ਆ। ਠੀਕ ਹੈ, ਜੋ ਵਿੱਚੋਂ ਧਾਗੇ ਕੱਟ ਹੋ ਜਾਂਦੇ ਆ ਉਹਨਾਂ ਨੇ ਪਿਕॉट ਸਟਿਚ ਪਾਉਂਦੇ ਆ, ਜ਼ਿਗਜ਼ੈਗ ਸਟਿਚ ਪਾਉਂਦੇ ਆ, ਪਿਕॉट ਸਟਿਚ ਬੋਲਦੇ ਆ। ਪਿਕॉट ਸਟਿਚ ਹੁੰਦਾ ਇੱਕ ਇਧਰੋਂ ਦੀ ਟਾਂਕਾ ਲੈਣਾ, ਫਿਰ ਦੂਸਰੀ ਸਾਈਡ ਤੋਂ ਲੈਣਾ। ਇਸ ਤਰ੍ਹਾਂ ਜਦੋਂ ਆਪਾਂ ਜ਼ਿਗਜ਼ੈਗਿੰਗ ਕਰਦੇ ਜਾਂਦੇ ਆ ਧਾਗਿਆਂ ਦੇ ਉੱਪਰ, ਉਹਨਾਂ ਨੂੰ ਕਵਰ ਕਰਦੇ ਆ ਧਾਗਿਆਂ ਨੂੰ, ਤਾਂ ਉਹਨਾਂ ਨੂੰ ਬੋਲਦੇ ਆ ਪਿਕॉट ਟਾਂਕਾ। ਹੁਣ ਨੈਕਸਟ ਹੈ मैम स्क्रीन शेयर करियो जी, स्क्रीन शेयर नहीं हो रही जी। सुन मेरी स्क्रीन शेयर कर दो। हेलो मैम जी मैम स्क्रीन शेयर
ਸਕਰੀਨ ਸ਼ੇਅਰ ਆ ਰਹੀ ਹੈ? ਦੇਖੋ ਆ ਗਈ ਸਕਰੀਨ ਸ਼ੇਅਰ। ਨਹੀਂ ਤੁਹਾਡਾ ਹੀ ਪਿਕ ਆ ਰਹੀ ਹੈ ਬਸ, ਡੀਪੀ ਆ ਰਹੀ ਤੁਹਾਡੀ ਡੀਪੀ ਜੀ। ਵੀਡੀਓ ਆਨ ਹੈ ਨਾ ਤੁਹਾਡੇ ਸਾਈਡ। ਸਾਰੀ ਸੈਟਿੰਗ ਇਹਦੀ ਪਤਾ ਨਹੀਂ ਕਿਵੇਂ ਹਿਲ ਗਈ। ਸਾਈਨ ਇਨ ਹੋ ਗਿਆ। ਕੋਈ ਨਹੀਂ, ਆਰਾਮ ਨਾਲ ਅੰਦਰ ਤੁਸੀਂ ਬੋਲ ਕੇ ਕੰਟੀਨਿਊ ਕਰੀ ਜਾਓ ਜੀ, ਕਰੀ ਜਾਓ। ਕਿਉਂਕਿ ਸਕਰੀਨ ਸ਼ੇਅਰ ਨਹੀਂ ਹੋ ਰਹੀ ਨਾ, ਮੈਨੂੰ ਵੀ ਕੁਝ ਨਜ਼ਰ ਨਹੀਂ ਆ ਰਿਹਾ। ਇੱਕ ਵਿੱਚ ਇੱਕਦਮ ਰੁਕ ਗਈ। ਵੇਟ ਆਰਾਮ ਨਾਲ ਜੀ, ਹੋ ਰਹੀ ਹੈ ਜੀ, ਹੋ ਰਹੀ ਹੈ, ਹੋ ਰਹੀ ਹੈ ਜੀ ਜੀ ਜੀ। ਠੀਕ ਹੈ, ਹਾਂ ਬਸ ਸੇਮ ਸਲਾਈਡ ਤੇ ਆ ਜਾਓ, ਸਲਾਈਡ ਤੇ ਆ ਜਾਓ ਹਾਂਜੀ ਜਿਹੜੀ ਬੋਲ ਰਹੀ ਸੀ। ਠੀਕ ਹੈ ਠੀਕ ਹੈ ਠੀਕ ਹੈ। ਆਪਾਂ ਕੀਤਾ ਸੀਗਾ ਪਿੱਛੇ ਹਾਰਡਿੰਗ ਪਿਕॉट ਸਟਿਚ। ਠੀਕ ਹੈ, ਪਿਕॉट ਸਟਿਚ ਹੁੰਦਾ ਜੋ ਅਸੀਂ ਧਾਗੇ ਸਾਈਡਾਂ ਤੇ ਅਸੀਂ ਕੋਲਸਟਰ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਅਸੀਂ ਕੀ ਕੀਤਾ, ਜਿਹੜੇ ਵਿੱਚੋਂ ਧਾਗੇ ਖਿੱਚ ਦਿੱਤੇ ਉਹਦੇ ਵਿੱਚ ਪਿਕॉट ਟਾਂਕਾ ਭਰਨਾ। ਠੀਕ ਹੈ, ਪਿਕॉट ਟਾਂਕਾ ਭਰ ਕੇ ਕੀ ਆ, ਆਪਾਂ ਉਹਨੂੰ ਕਵਰ ਕਰ ਦੇਣਾ। ਉਸ ਤੋਂ ਬਾਅਦ ਆਂਦਾ ਹੈ ਸਪਾਈਡਰ ਵੈਬ ਸਟਿਚ। ਸਪਾਈਡਰ ਵੈਬ ਸਟਿਚ ਹੁੰਦਾ ਹੈ ਕਿ ਵਿੱਚੋਂ ਦੀ ਉਹ ਆਪਾਂ ਧਾਗਿਆਂ ਨੂੰ ਕੱਢ ਦੇਣਾ, ਤਾਣਾ ਕੱਢ ਦੇਣਾ, ਬਾਣਾ ਕੱਢ ਦੇਣਾ, ਖਾਲੀ ਜਗ੍ਹਾ ਬਣਾ ਦੇਣੀ ਛੋਟੀ ਜਿਹੀ, ਤੇ ਉਹਦੇ ਵਿੱਚ ਕੀ ਕਰਨਾ ਹੈ, ਸਪਾਈਡਰ ਸਟਿਚ ਕਰਨਾ। ਸਪਾਈਡਰ ਸਟਿਚ ਤੁਹਾਨੂੰ ਸਿਖਾਇਆ ਹੀ ਹੈ ਕਿ ਇਸ ਤਰ੍ਹਾਂ ਪੈਂਦਾ। ਇਹਨੂੰ ਅਸੀਂ ਬੋਲਦੇ ਆ ਸਪਾਈਡਰ ਵੈਬ ਹਾਰਡ ਐਂਗਰ। ਜਦੋਂ ਹਾਰਡ ਐਂਗਰ ਦੇ ਵਿੱਚ ਆਪਾਂ ਸਪਾਈਡਰ ਵੈਬ ਯੂਜ਼ ਕਰਦੇ ਆ ਤਾਂ ਉਹਨੂੰ ਬੋਲਦੇ ਆ ਸਪਾਈਡਰ ਵੈਬ ਹਾਰਡ ਐਂਗਰ। ਉਸ ਤੋਂ ਬਾਅਦ ਹੈ ਕੌਬਲਰ ਸਟਿਚ। ਠੀਕ ਹੈ, ਇਹ ਜਿਹੜਾ ਸਟਿਚ ਹੈ ਇਹ ਰਲਵਾ ਮਿਲਵਾ ਸਟਿਚ ਹੁੰਦਾ। ਇਹਦੀ ਦੇਖਣ ਨੂੰ ਲੁੱਕ ਵਿੰਡੋ ਵਰਗੀ ਲੱਗਦੀ ਹੈ। ਠੀਕ ਹੈ, ਜਿਵੇਂ ਵਿੰਡੋ ਬਣੀ ਹੁੰਦੀ ਹੈ ਨਾ ਛੋਟੀ ਛੋਟੀ ਇਸ ਤਰ੍ਹਾਂ ਇਹਦੀ ਲੁੱਕ ਲੱਗਦੀ ਹੈ। ਔਰ ਇਹ ਟਾਂਕਾ ਸਟੇਬਲ ਨਹੀਂ ਹੁੰਦਾ, ਇਹ ਇੱਕ ਤੋਂ ਦੂਸਰੇ ਚੋਂ ਤੀਸਰੇ ਚ ਏਦਾਂ ਇਹਦੀ ਵੇਰੀਏਸ਼ਨਸ ਜੋ ਆ ਉਹ ਚੱਲਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ ਆਂਦਾ ਹੈ ਡਵ ਆਈ ਸਟਿਚ। ਡਵ ਆਈ ਸਟਿਚ ਹੁਣੇ ਜਿਹੜੀ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਡਵ ਆਈ ਸਟਿਚ ਕੀ ਹੈ, ਜਿਹੜਾ ਸੈਂਟਰ ਵਿੱਚ ਪਿਕॉट ਸਟਿਚ ਕਰਨ ਤੋਂ ਬਾਅਦ ਸੈਂਟਰ ਵਿੱਚ ਅੱਖ ਬਣੀ ਹੋਈ ਹੈ, ਇਹ ਕੀ ਹੈ, ਡਵ ਆਈ ਸਟਿਚ। ਆਪਾਂ ਹਾਰਡ ਐਂਗਰ ਵਿੱਚ ਡਵ ਆਈ ਸਟਿਚ ਬਣਾ ਕੇ ਵੀ ਉਹਨੂੰ ਬਹੁਤ ਵਧੀਆ ਡੈਕੋਰੇਟ ਕਰ ਸਕਦੇ ਆ। ਇਹਨੂੰ ਬੋਲਦੇ ਆ ਡਵ ਆਈ ਸਟਿਚ ਕਿਉਂਕਿ ਸੈਂਟਰ 'ਚ ਬਿਲਕੁਲ ਆਈ ਦੀ ਤਰ੍ਹਾਂ ਬਣ ਰਿਹਾ। ਉਸ ਤੋਂ ਬਾਅਦ ਹੈ ਇਸ ਦੇ ਕਿਆ ਚੀਜ਼ਾਂ ਬਣ ਜਾਂਦੀਆਂ, ਇਸ ਦੇ ਬਣ ਜਾਂਦੇ ਆ ਟੇਬਲ ਕੋਸਟਰ। ਠੀਕ ਹੈ, ਪੋਟਲੀਆਂ ਬਣ ਜਾਂਦੀਆਂ ਨੇ, ਉਹਦੇ ਉੱਪਰ ਆਪਾਂ ਹਾਰਡ ਐਂਗਰ ਕਰ ਲੈਂਦੇ ਆ। ਬੈਗਸ ਬਣ ਜਾਂਦੇ ਨੇ, ਹੈਂਡ ਬੈਗ ਜਿਹੜੇ ਆਪਾਂ ਹੱਥ ਵਿੱਚ ਫੜਦੇ ਆ ਉਹ ਇਹਦੇ ਉੱਪਰ ਐਮਬਰਾਇਡਰੀ ਹੋ ਜਾਂਦੀ ਹੈ, ਛੋਟੇ ਛੋਟੇ ਕਟਸ ਪੈ ਜਾਂਦੇ ਆ। ਪਿੱਲੋ ਕਵਰ ਬਣ ਜਾਂਦੇ ਆ, ਕੁਸ਼ਨ ਕਵਰ ਬਣ ਜਾਂਦੇ ਆ। ਠੀਕ ਹੈ, ਫਿਰ ਉਸ ਤੋਂ ਬਾਅਦ ਵਾਲ ਹੈਂਗਿੰਗਸ ਬਣਦੀ ਹੈ ਕਿਉਂਕਿ ਬਹੁਤ ਮਿਹਨਤ ਵਾਲੀ ਕਢਾਈ ਹੈ। ਇਹਦੀ ਕੀ ਹੈ, ਹਾਰਡ ਐਂਗਰ ਬਰੀਕ ਬਰੀਕ ਥ੍ਰੈਡ ਦੇ ਨਾਲ ਆਪਾਂ ਬਰੀਕ ਬਰੀਕ ਹਾਰਡ ਐਂਗਰ ਕਰਦੇ ਹੋਏ ਕੀ ਕਰਨਾ ਹੈ, ਐਮਬਰਾਇਡਰੀ ਕ੍ਰੀਏਟ ਕਰ ਲੈਣੀ ਆ ਔਰ ਉਹਨੂੰ ਵਾਲ ਹੈਂਗਿੰਗ ਦੇ ਰੂਪ ਵਿੱਚ ਬਣਾ ਸਕਦੇ ਆ। ਟੇਬਲ ਕਵਰ ਬਣ ਜਾਂਦੇ ਆ ਇਹਦੇ, ਨੈਪਕਿਨ ਸਟੈਂਡ ਬਣ ਜਾਂਦੇ ਆ। ਠੀਕ ਹੈ, ਟੇਬਲ ਕਵਰ ਆਪਾਂ ਚਾਰੇ ਪਾਸੇ ਹਾਰਡ ਐਂਗਰ ਕਰ ਸਕਦੇ ਆ, ਨੈਪਕਿਨ ਸਟੈਂਡ ਬਣਾ ਸਕਦੇ ਆ, ਨੈਪਕਿਨ ਰੱਖਣ ਵਾਸਤੇ ਉਹਨੂੰ ਹਾਰਡ ਐਂਗਰ ਦੀ ਕਢਾਈ ਕਰਕੇ ਡੈਕੋਰੇਟ ਕਰ ਸਕਦੇ ਆ। ਇਹ ਕੀ ਹੈ ਜੋ ਮਤਲਬ ਕਿ ਸਟੂਡੈਂਟ ਦਾ ਕੰਮ, ਜਦੋਂ ਬੱਚਿਆਂ ਨੂੰ ਹਮੇਸ਼ਾ ਸਿਖਾਇਆ ਜਾਂਦਾ ਹੈ ਤਾਂ ਉਦੋਂ ਕੀ ਕੀਤਾ ਜਾਂਦਾ ਹੈ, ਕਲਰਫੁਲ ਥ੍ਰੈਡ ਨਾਲ ਸਿਖਾਇਆ ਜਾਂਦਾ ਹੈ। ਕਿਉਂ? ਕਿਉਂਕਿ ਸਿੱਖਣ ਵਾਲੇ ਬੱਚੇ ਨੂੰ ਵਾਈਟ ਉੱਪਰ ਵਾਈਟ ਥ੍ਰੈਡ ਔਖਾ ਲੱਗਦਾ ਹੈ, ਇਸ ਕਰਕੇ ਉਹਨੂੰ ਕਲਰਫੁਲ ਥ੍ਰੈਡ ਵਿੱਚ ਸਿਖਾਇਆ ਜਾਂਦਾ ਹੈ। ਪਰ ਬਾਅਦ ਵਿੱਚ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਉਹਨੂੰ ਵਾਈਟ ਉੱਪਰ ਵਾਈਟ ਐਮਬਰਾਇਡਰੀ, ਮਤਲਬ ਕਿ ਜੋ ਓਰੀਜਨਲ ਐਮਬਰਾਇਡਰੀ ਹੈ ਹਾਰਡ ਐਂਗਰ ਦੀ, ਉਹ ਕ੍ਰੀਏਟ ਕਰਕੇ ਦਿਖਾਓ। ਉਸ ਤੋਂ ਬਾਅਦ ਆਂਦਾ ਹੈ ਡਰॉन ਥ੍ਰੈਡ ਵਰਕ। ਇਹ ਵੀ ਹਾਰਡ ਐਂਗਰ ਵਾਂਗ ਹੀ ਹੈ, ਮਤਲਬ ਕਿ ਧਾਗਾ ਖਿੱਚ ਕੇ ਕੀਤੀ ਜਾਣ ਵਾਲੀ ਕੰਮ ਹੈ। ਇਹ ਵੀ ਡਰॉन ਥ੍ਰੈਡ ਵਰਕ ਕੀ ਹੈ, ਡਰॉन ਥ੍ਰੈਡ ਵਰਕ ਹੈ ਜਾਂ ਤਾਂ ਵੈਫਟ ਦੇ ਧਾਗੇ ਕੱਢਦੇ ਆ ਜਾਂ ਫਿਰ ਵਾਪ ਦੇ, ਮਤਲਬ ਕਿ ਤਾਣੇ ਦੇ ਧਾਗੇ ਕੱਢ ਲਓ ਜਾਂ ਬਾੜੇ ਦੇ ਧਾਗੇ ਕੱਢ ਲਓ। ਔਰ ਇਹ ਜ਼ਿਆਦਾਤਰ ਕੀ ਹੁੰਦੀ ਹੈ, ਕਿਨਾਰਿਆਂ ਵਿੱਚ ਕੀਤੀ ਜਾਂਦੀ ਹੈ। ਠੀਕ ਹੈ, ਇਟਲੀ ਦੀ ਇਹ ਐਮਬਰਾਇਡਰੀ ਹੈ ਫੇਮਸ, ਔਰ ਇਹਨੂੰ ਕੀ ਕੀਤਾ ਜਾਂਦਾ, ਇਹ ਵੀ ਧਾਗੇ ਖਿੱਚ ਕੇ ਕੱਢ ਕੇ ਕੀਤੀ ਜਾਂਦੀ ਹੈ ਕਢਾਈ। ਹੁਣ ਸਭ ਤੋਂ ਪਹਿਲਾਂ ਡਰॉन ਥ੍ਰੈਡ ਵਰਕ ਦਾ ਕੰਮ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਡਰॉन ਥ੍ਰੈਡ ਵਰਕ ਵਿੱਚ ਕੰਮ ਹੁੰਦਾ ਹੈ ਜੋ ਕਿਨਾਰੇ ਆ ਉਹਨਾਂ ਨੂੰ ਪੱਕਾ ਕਰਨਾ, ਫਿਰ ਡਰॉन ਥ੍ਰੈਡ ਵਰਕ ਕਰਨਾ। ਠੀਕ ਹੈ, ਕਿਨਾਰਿਆਂ ਨੂੰ ਪੱਕਾ ਦੋ ਤਰੀਕਿਆਂ ਨਾਲ ਕਰਦੇ ਆ। ਫਸਟ ਵਿੱਚ ਪਹਿਲਾ ਤਰੀਕਾ, ਇਸ ਸਲਾਈਡ ਵਿੱਚ ਫਸਟ ਤਰੀਕਾ ਹੈ ਕਿਨਾਰਿਆਂ ਨੂੰ ਪੱਕਾ ਕਰਨ ਦਾ। ਇਹਦੇ ਵਿੱਚ ਕੀ ਕਰਦੇ ਆ, ਸੈਂਟਰ ਵਿੱਚੋਂ ਡਰॉन ਥ੍ਰੈਡ ਦਾ ਥ੍ਰੈਡ ਕੱਟ ਲੈਂਦੇ ਆ। ਜੋ ਅਸੀਂ ਪੈਟਰਨ ਬਣਾਉਣਾ ਉਹਦੇ ਸੈਂਟਰ ਵਿੱਚੋਂ ਥ੍ਰੈਡ ਕੱਟ ਦਿੱਤਾ। ਸੈਂਟਰ ਚੋਂ ਥ੍ਰੈਡ ਕੱਟਣ ਤੋਂ ਬਾਅਦ ਜੋ ਅਸੀਂ ਹਾਫ ਤੱਕ, ਜਿੱਥੇ ਤੱਕ ਸਾਡਾ ਪੈਟਰਨ ਆ, ਅਸੀਂ ਉੱਥੇ ਤੱਕ ਥ੍ਰੈਡ ਖਿੱਚ ਲੈਣਾ। ਖਿੱਚਣ ਤੋਂ ਬਾਅਦ ਅਸੀਂ ਕੀ ਕਰਨਾ, ਉਹਨੂੰ ਸੂਈ ਵਿੱਚ ਪਾ ਕੇ ਫਿਰ ਦੁਬਾਰਾ ਬੈਕ ਨੂੰ ਲੈ ਜਾਣਾ।
ਵਾਪਸ ਪਰੋ ਦੇਣਾ, ਬੈਕ ਨੂੰ ਪਰੋਣਾ, ਨਾ ਕਿ ਉਧਰ ਨੂੰ ਜਿੱਧਰ ਨੂੰ ਅਸੀਂ ਕੱਟ ਚੁੱਕੇ ਆ। ਇਹਦੇ ਨਾਲ ਕੀ ਹੁੰਦਾ ਹੈ, ਕਿਨਾਰੇ ਪੱਕੇ ਹੋ ਜਾਂਦੇ ਆ ਤੇ ਡਰੌਨ ਥ੍ਰੈਡ ਵਰਕ ਮਜ਼ਬੂਤ ਰਹਿੰਦਾ। ਦੂਸਰਾ ਜੋ ਡਰੌਨ ਥ੍ਰੈਡ ਵਰਕ ਦਾ ਕੰਮ ਹੈ ਉਹ ਹੈਗਾ ਹੈ ਸਾਟਨ ਸਟਿਚ, ਯਾਨੀ ਕਿ ਧਾਗੇ ਕੱਟਣ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਸਾਟਨ ਸਟਿਚ ਦੇ ਨਾਲ ਉਹਦੇ ਕਿਨਾਰੇ ਮਜ਼ਬੂਤ ਕਰ ਦੇਣੇ ਆ, ਔਰ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਨੇ ਆ, ਉਹਦੇ ਥ੍ਰੈਡ ਕੱਢਨੇ ਆ। ਇਹ ਨਹੀਂ ਕਿ ਅਸੀਂ ਥ੍ਰੈਡ ਪਹਿਲਾਂ ਕੱਢ ਦਿੱਤੇ ਬਾਅਦ ਚ ਕਿਨਾਰੇ ਪੱਕੇ ਕਰ ਰਹੇ ਆ, ਪਹਿਲਾਂ ਕਿਨਾਰੇ ਪੱਕੇ ਕਰ ਰਹੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਡਰੌਨ ਥ੍ਰੈਡ ਵਰਕ ਲਈ ਕੰਮ ਕਰਨਾ ਸ਼ੁਰੂ ਕਰਨਾ। ਸਭ ਤੋਂ ਇਹਦਾ ਬੇਸਿਕ ਟਾਂਕਾ ਹੈ ਉਹ ਹੈ ਹੈਮ ਸਟਿਚ, ਠੀਕ ਹੈ। ਪਹਿਲਾ ਬੇਸਿਕ ਹੋ ਗਿਆ ਤੁਹਾਡਾ ਸਾਟਨ ਸਟਿਚ, दूसरा बेसिक टांका हो गया उलेड़ी टांका हैम स्टिच, यानी कि ਇਹਦੇ ਜਦੋਂ ਵੀ ਅਸੀਂ ਧਾਗੇ ਖਿੱਚ ਲੈਣੇ ਆ, ਜੋ ਬਚੇ ਹੋਏ ਧਾਗੇ ਰਹਿ ਜਾਣੇ ਆ, ਉਹਦੇ ਉੱਪਰ ਅਸੀਂ ਕੀ ਕਰਨਾ ਹੈ, ਹੈਮ ਸਟਿਚ ਕਰਨਾ ਹੈ। ਹੈਮ ਸਟਿਚ ਦੀਆਂ ਬਹੁਤ ਸਾਰੀਆਂ ਵੇਰੀਏਸ਼ਨਸ ਹੁੰਦੀਆਂ ਨੇ ਕਰਨ ਦੀਆਂ। ਉਲੇੜੀ ਜ਼ਰੂਰੀ ਹੈ ਕਿਉਂਕਿ ਉਲੇੜੀ ਤੋਂ ਬਿਨਾ ਡਰੌਨ ਥ੍ਰੈਡ ਵਰਕ ਜੋ ਹੈ ਇਨਕੰਪਲੀਟ ਹੈ। ਉਸ ਤੋਂ ਬਾਅਦ ਹੈ ਡਰੌਨ ਥ੍ਰੈਡ ਵਰਕ ਜੰਜੀਰੀ ਟਾਂਕਾ। ਡਰੌਨ ਥ੍ਰੈਡ ਵਰਕ ਜੰਜੀਰੀ ਟਾਂਕਾ, ਹੁਣ ਤੁਸੀਂ ਦੇਖਿਆ ਕਿ ਸਾਈਡਾਂ ਤੋਂ ਕਿਨਾਰੇ ਪੱਕੇ ਕਰ ਲਏ, ਠੀਕ ਹੈ, ਉੱਪਰ ਉਲੇੜੀ ਵੀ ਕਰ ਦਿੱਤੀ। ਹੁਣ ਸੈਂਟਰ ਵਾਲੇ ਹਿੱਸੇ ਵਾਲੇ ਧਾਗੇ ਰਹਿ ਗਏ ਸੀ, ਉਹਨੂੰ ਡੈਕੋਰੇਟ ਕਰਨ ਲਈ ਕੀ ਕਰ ਦਿੱਤਾ, ਚੇਨ ਸਟਿਚ ਪਾ ਦਿੱਤੀ ਉਹਦੇ ਉੱਪਰ, ਧਾਗਿਆਂ ਨੂੰ ਬੰਨ ਦਿੱਤਾ ਸੈਂਟਰ ਵਿੱਚੋਂ, ਡਿਜ਼ਾਈਨਿੰਗ ਕਰ ਦਿੱਤੀ, ਚੇਨ ਸਟਿਚ ਪਾ ਦਿੱਤਾ। ਉਸ ਤੋਂ ਬਾਅਦ ਹੈ ਸੂਈ ਬੁਣਾਈ, ਨੀਡਲ ਵੀਵਿੰਗ, ਠੀਕ ਹੈ। ਨੀਡਲ ਵੀਵਿੰਗ ਦਾ ਮਤਲਬ ਕੀ ਹੁੰਦਾ ਹੈ, ਸੂਈ ਦੀ ਬੁਣਾਈ ਕਰਨਾ। ਡਰੌਨ ਥ੍ਰੈਡ ਵਰਕ ਜੋ ਹੈ ਉਹ ਸੂਈ ਦੀ ਬੁਣਾਈ ਹੈ, ਠੀਕ ਹੈ। ਆਪਾਂ ਥ੍ਰੈਡ ਕੱਢ ਲੈਣੇ ਆ, ਉਹਨਾਂ ਨੂੰ ਜਦੋਂ ਵੀ ਅਸੀਂ ਵੀਵ ਕਰਨਾ, ਕਿਹਦੇ ਨਾਲ ਕਰਨਾ, ਸੂਈ ਦੇ ਨਾਲ ਵੀਵ ਕਰਨਾ, ਠੀਕ ਹੈ। ਤਾਂ ਕਰਕੇ ਇਹਨੂੰ ਕੀ ਬੋਲਦੇ ਆ, ਨੀਡਲ ਵੀਵਿੰਗ। ਹੁਣ ਉਸ ਤੋਂ ਬਾਅਦ ਹੈ ਪੁਲਟਾਵਾ ਸ਼ੈਲੀ। ਪੁਲਟਾਵਾ ਸ਼ੈਲੀ ਕੀ ਹੁੰਦੀ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਧਾਗੇ ਨੂੰ ਖਿੱਚ ਲਿਆ ਜਾਂਦਾ ਹੈ, ਠੀਕ ਹੈ। ਯੂਕਰੇਨ ਦੀ ਕਢਾਈ ਹੈ ਇਹ, ਯੂਕਰੇਨ ਦੀ ਕਢਾਈ ਹੈ। ਇਹਦੇ ਵਿੱਚ ਕੀ ਕਰਦੇ ਆ, ਧਾਗੇ ਨੂੰ ਖਿੱਚ ਲੈਂਦੇ ਆ ਔਰ ਗੋਲ ਗੋਲ ਸਰਕਲਸ ਬਣ ਜਾਂਦੇ ਆ ਇਹਦੇ ਵਿੱਚ, ਠੀਕ ਹੈ। ਇਸ ਡਰੌਨ ਥ੍ਰੈਡ ਵਿੱਚ ਗੋਲ ਗੋਲ ਰਾਉਂਡ ਸਰਕਲਸ ਬਣ ਜਾਂਦੇ ਆ ਔਰ ਉਹ ਸਰਕਲਸ ਦੇ ਉੱਪਰ ਕੰਮ ਕੀਤਾ ਜਾਂਦਾ ਹੈ, ਉਹਨੂੰ ਬੋਲਦੇ ਆ ਪੁਲਟਾਵਾ ਸ਼ੈਲੀ। ਹੁਣ ਹੈਗਾ ਸ਼ਵਾਮ ਕਢਾਈ, ਠੀਕ ਹੈ, ਸ਼ਵਾਮ ਐਮਬਰਾਇਡਰੀ। ਇਹ ਕੀ ਹੁੰਦੀ ਹੈ, ਇਹਦੇ ਵਿੱਚ ਕੀ ਕਰਦੇ ਆ, ਧਾਗੇ ਉਸ ਹਿਸਾਬ ਨਾਲ ਕੱਢੇ ਜਾਂਦੇ ਆ ਔਰ ਇਹ ਕਢਾਈ ਉਸ ਹਿਸਾਬ ਦੀ ਹੁੰਦੀ ਹੈ ਕਿ ਉਹ ਨੈਟ ਦੇ ਲੁੱਕ ਦਿੰਦੀ ਹੈ, ਠੀਕ ਹੈ। ਛੋਟੀ ਛੋਟੀ ਬਰੀਕ ਬਰੀਕ ਜਿਵੇਂ ਕੱਪੜੇ ਦੇ ਉੱਪਰ ਨੈਟ ਹੁੰਦੀ ਹੈ, ਇਹ ਐਮਬਰਾਇਡਰੀ ਉਸ ਟਾਈਪ ਦੀ ਨੈਟ ਲੁੱਕ ਦਿੰਦੀ ਹੈ, ਠੀਕ ਹੈ। ਇਹ ਐਮਬਰਾਇਡਰੀ ਇਸ ਤੋਂ ਹੀ ਪਛਾਣੀ ਜਾਂਦੀ ਹੈ, ਨੈਟ ਲੁੱਕ ਤੋਂ ਹੀ ਪਛਾਣੀ ਜਾਂਦੀ ਹੈ। ਉਸ ਤੋਂ ਬਾਅਦ ਹੈ ਡਾਇਮੰਡ ਡਰੌਨ ਥ੍ਰੈਡ। ਡਾਇਮੰਡ ਡਰੌਨ ਥ੍ਰੈਡ ਮਤਲਬ ਕਿ ਤੁਹਾਨੂੰ ਕਿਹਾ ਸੀ ਜੋ ਡਾਇਮੰਡ ਦੀ ਸ਼ੇਪ ਦਿੰਦਾ ਹੈ ਉਹ ਹੁੰਦਾ ਡਾਇਮੰਡ ਡਰੌਨ ਥ੍ਰੈਡ। ਹੁਣ ਇਹਦੇ ਵਿੱਚ ਕੀ ਕਰਦੇ ਆ, ਜਦੋਂ ਆਪਾਂ ਡਰੌਨ ਥ੍ਰੈਡ ਦੇ ਧਾਗੇ ਕੱਢ ਦਿੰਦੇ ਆ, ਠੀਕ ਹੈ, ਸਾਈਡਾਂ ਤੇ ਅਸੀਂ ਕੀ ਕਰਦੇ ਆ, ਹੈਮ ਸਟਿਚ ਵੀ ਕਰ ਦਿੰਦੇ ਆ। ਹੈਮ ਸਟਿਚ ਜਿਹੜਾ ਹੈ ਅਗਰ ਅਸੀਂ ਉਹ ਡਰੌਨ ਥ੍ਰੈਡ ਡਾਇਮੰਡ ਡਰੌਨ ਥ੍ਰੈਡ ਦੇ ਵਰਕ ਵਿੱਚ ਕਰਦੇ ਆ, ਮਤਲਬ ਕਿ ਡੱਬੀ ਦੇ ਰੂਪ ਵਿੱਚ ਕਰਦੇ ਆ, ਡਾਇਮੰਡ ਦੀ ਸ਼ਕਲ ਦੇ ਵਿੱਚ ਕਰਦੇ ਆ, ਤਾਂ ਕੀ ਇਹਨੂੰ ਬੋਲਦੇ ਆ, ਡਾਇਮੰਡ ਡਰੌਨ ਥ੍ਰੈਡ। ਕੋਰਲ ਨੋਟ ਥ੍ਰੈਡ ਵਰਕ, ਠੀਕ ਹੈ। ਨੈਕਸਟ ਆ ਜਾਂਦਾ ਕੋਰਲ ਨੋਟ। ਕੋਰਲ ਨੋਟ ਕੀ ਹੁੰਦਾ ਹੈ, ਜੋ ਅਸੀਂ ਧਾਗੇ ਖਿੱਚ ਕੇ ਕੱਢ ਦਿੱਤੇ, ਠੀਕ ਹੈ, ਉਹਨਾਂ ਨੂੰ ਸੈਂਟਰ ਵਿੱਚੋਂ ਨੋਟ ਕਰਦੇ ਹੋਏ ਆਪਸ ਵਿੱਚ ਇੱਕ ਦੂਜੇ ਨਾਲ ਬਾਈਂਡ ਕਰਨਾ। ਇਹ ਕਿਸੇ ਵੀ ਤਰੀਕੇ ਨਾਲ ਬਾਈਂਡ ਹੋ ਸਕਦੇ ਆ, ਜ਼ਿਗਜ਼ੈਗਿੰਗ ਬਾਈਂਡ ਕਰ ਸਕਦੇ ਹੋ, ਇਕੱਠੇ ਕਰਕੇ 3-4 ਧਾਗਿਆਂ ਨੂੰ ਇਕੱਠੇ ਕਰਕੇ ਬਾਈਂਡ ਕਰ ਸਕਦੇ ਹੋ, ਮਤਲਬ ਕਿ ਇਹਨਾਂ ਨੂੰ ਇਕੱਠਾ ਕਰਨਾ। ਉਸ ਤੋਂ ਬਾਅਦ ਹੈ ਜ਼ਿਗਜ਼ੈਗ। ਜ਼ਿਗਜ਼ੈਗ ਦਾ ਮਤਲਬ ਹੈ, ਨਾਮ ਤੇ ਪਤਾ ਹੈ, ਜ਼ਿਗਜ਼ੈਗਿੰਗ, ਠੀਕ ਹੈ। ਜ਼ਿਗਜ਼ੈਗਿੰਗ, ਜਦੋਂ ਦੀ ਸ਼ੇਪ ਚ ਜ਼ਿਗਜ਼ੈਗਿੰਗ ਚੱਲ ਰਹੀ ਹੈ ਤਾਂ ਸਮਝ ਲਓ ਕੀ ਹੈ ਸਾਡਾ ਜ਼ਿਗਜ਼ੈਗ ਡਰੌਨ ਥ੍ਰੈਡ ਵਰਕ। ਇਹਦੇ ਚ ਕੀ ਕਰਦੇ ਆ, ਇੱਕ ਸਾਈਡ ਤੋਂ ਪਹਿਲਾਂ ਅਸੀਂ ਕੱਚਾ ਕਰ ਦਿੰਦੇ ਆ, ਮਤਲਬ ਕਿ ਬੇਸਿਕ ਹੈਮ ਸਟਿਚ ਕਰ ਦਿੰਦੇ ਆ। ਫਿਰ ਜਦੋਂ ਦੂਜੀ ਸਾਈਡ ਤੋਂ ਅਸੀਂ ਹੈਮ ਸਟਿਚ ਕਰਨਾ ਹੈ ਤਾਂ ਥ੍ਰੈਡ ਇਸ ਹਿਸਾਬ ਨਾਲ ਚੁੱਕਨੇ ਆ ਕਿ ਉਹ ਜ਼ਿਗਜ਼ੈਗਿੰਗ ਕਰਦੇ ਹੋਣ ਆਪਸ, ਠੀਕ ਹੈ, ਜ਼ਿਗਜ਼ੈਗ ਬਣਾਉਂਦੇ ਹੋਣ। ਨੈਕਸਟ ਜਿਹੜਾ ਹੈਗਾ ਉਹ ਹੈ ਜ਼ਿਗਜ਼ੈਗ ਪੁਲਡ ਥ੍ਰੈਡ ਵਰਕ।
ਹੁਣ ਇਹਦੇ ਵਿੱਚ ਕੀ ਕਰਦੇ ਆ, ਥ੍ਰੈਡਸ ਨੂੰ ਉਸ ਹਿਸਾਬ ਨਾਲ ਬਣਿਆ ਜਾਂਦਾ ਹੈ ਕਿ ਉਹ zigzagging ਦੇਣ, ਮਤਲਬ ਕਿ ਥ੍ਰੈਡ ਉਸ ਹਿਸਾਬ ਨਾਲ ਆਪਸ ਚ ਇਕੱਠੇ ਕਰਦੇ ਆ ਔਰ ਉਹਦੇ ਵਿੱਚ ਹੋਲਸ ਕ੍ਰੀਏਟ ਕਰਦੇ ਆ ਕਿ ਉਹ zigzagging ਦੀ ਲੁੱਕ ਦੇਣ, ਮਤਲਬ ਕਿ ਜਿਵੇਂ ਪੈਟਰਨ ਦੇ ਵਿੱਚ ਤੁਹਾਨੂੰ ਫੋਟੋ ਦੇ ਵਿੱਚ ਦਿਖਾਇਆ ਕਿ zigzagging ਬਣੀ ਹੋਈ ਹੈ, ਨੈਟ ਛੋਟੀ ਛੋਟੀ ਨੈਟ ਬਣੀ ਹੋਈ ਹੈ, ਇਸ ਨੂੰ ਕ੍ਰੀਏਟ ਕਰਨਾ ਬੋਲਦੇ ਆ zigzag pulled thread work। ਹੁਣ ਹੈਗਾ ringed back pulled thread work। ringed back pulled thread work ਕੀ ਹੈ? ਰਿੰਗ ਕੀ ਹੁੰਦਾ? ਸਰਕਲ, ਠੀਕ ਹੈ, ਸਰਕਲ ਨੂੰ ਬੋਲਦੇ ਆ ਰਿੰਗ। ਬੈਕ ਕੀ ਹੈ? ਸਟਿਚ ਹੈ ਤੁਹਾਡਾ ਬੈਕ ਸਟਿਚ, ਠੀਕ ਹੈ। ਜਦੋਂ ਆਪਾਂ ਕੱਪੜੇ ਦੇ ਉੱਪਰ ਰਿੰਗ ਬਣਾਉਂਦੇ ਆ ਬੈਕ ਸਟਿਚ ਦੇ ਨਾਲ, ਉਹ ਜਿਹੜੀ ਐਮਬ੍ਰੋਇਡਰੀ ਹੁੰਦੀ ਹੈ ਉਹਨੂੰ ਬੋਲਦੇ ਆ ਰਿੰਗ ਬੈਕ ਪੁੱਲ ਥ੍ਰੈਡ ਵਰਕ, ਠੀਕ ਹੈ। ਹੁਣ ਹੈ ਗਿੰਗਮ ਡਰਾਨ ਥ੍ਰੈਡ ਵਰਕ। ਗਿੰਗਮ ਕੀ ਹੈ? ਗਿੰਗਮ ਇੱਕ ਕੱਪੜਾ ਹੈ, ਠੀਕ ਹੈ। ਇਹ ਜਿਹੜਾ ਤੁਹਾਨੂੰ ਕੱਪੜਾ ਸਾਈਡ ਤੇ ਪਿਕਚਰ ਚ ਦਿਖਾਇਆ ਗਿਆ ਇਹ ਗਿੰਗਮ ਹੈ, ਗਿੰਗਮ ਡਰਾਨ ਥ੍ਰੈਡ ਵਰਕ। ਕਿਉਂਕਿ ਸਿਰਫ ਇੱਕੋ ਹੀ ਕੱਪੜਾ ਨਹੀਂ ਹੈਗਾ ਜਿਹਦੇ ਤੇ ਆਪਾਂ ਡਰਾਨ ਥ੍ਰੈਡ ਵਰਕ ਕਰ ਸਕਦੇ ਹਾਂ, ਬਹੁਤ ਸਾਰੇ ਕੱਪੜੇ ਆ ਜਿਨ੍ਹਾਂ ਉੱਪਰ ਅਸੀਂ ਡਰਾਨ ਥ੍ਰੈਡ ਵਰਕ ਕਰ ਸਕਦੇ ਹਾਂ। ਇਹ ਗਿੰਗਮ ਇੱਕ ਸਪੈਸ਼ਲ ਇਹਦਾ ਚੈਕਸ ਵਾਲਾ ਕੱਪੜਾ ਆਂਦਾ ਜਿਹਦੇ ਉੱਪਰ ਅਸੀਂ ਕੀ ਆ ਡਰਾਨ ਥ੍ਰੈਡ ਵਰਕ ਕਰ ਸਕਦੇ ਹਾਂ। ਉਸ ਤੋਂ ਬਾਅਦ ਬੱਚਿਆਂ ਨੂੰ ਜਦੋਂ ਬੇਸਿਕ ਸਿਖਾਇਆ ਜਾਂਦਾ ਹੈ, ਠੀਕ ਹੈ, ਵੈਰੀਏਸ਼ਨਸ ਸਿਖਾਈਆਂ ਜਾਂਦੀਆਂ ਕੱਚੇ ਦੀਆਂ, ਸਾਟਨ ਦੀਆਂ, ਤਾਂ ਕੀ ਕਰਦੇ ਆ ਕਲਰਫੁਲ ਥ੍ਰੈਡ, ਹਮੇਸ਼ਾ ਜਦੋਂ ਵੀ ਪ੍ਰੈਕਟਿਸ ਕਰਨੀ ਹੈ ਕਲਰਫੁਲ ਥ੍ਰੈਡ ਵਿੱਚ ਪ੍ਰੈਕਟਿਸ ਕਰਨੀ ਹੈ। ਜਦੋਂ ਉਹਨੂੰ ਕਰਨਾ ਆ ਜੇ ਫਿਰ ਉਸ ਤੋਂ ਬਾਅਦ ਕੀ ਆ ਉਹਨੂੰ ਵਾਈਟ ਉੱਪਰ ਵਾਈਟ ਐਮਬ੍ਰੋਇਡਰੀ ਕਰਨੀ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ACC एम्ब्रॉयडरी। ACC एम्ब्रॉयडरी की है? ACC एम्ब्रॉयडरी एक ऐसी कढ़ाई है जो इटालियन एम्ब्रॉयडरी है, ठीक है, पुरानी ओल्ड इटालियन एम्ब्रॉयडरी है ACC। ਇਹਦੇ ਵਿੱਚ ਕੀ ਕਰਦੇ ਆ, ਜੋ ਪੈਟਰਨ ਹੁੰਦਾ ਹੈ, ਜੋ ਸਾਡਾ ਡਿਜ਼ਾਈਨ ਹੁੰਦਾ ਹੈ, ਉਹ ਅਸੀਂ ਬਿਲਕੁਲ ਖਾਲੀ ਰੱਖਣਾ ਹੈ, ਉਹਦੇ ਤੇ ਕੁਝ ਨਹੀਂ ਕਰਨਾ। ਇਹਦੀ ਖਾਸੀਅਤ ਇਹੀ ਹੈ ਕਿ ਜੋ ਡਿਜ਼ਾਈਨ ਹੈ ਉਹ ਖਾਲੀ ਹੋਏਗਾ ਔਰ ਉਹਦੇ ਆਲੇ ਦੁਆਲੇ ਕਢਾਈ ਹੋਏਗੀ, ਠੀਕ ਹੈ। ਇਹੀ ਇਸ ਡਿਜ਼ਾਈਨ ਦੀ, ਇਹੀ ਇਸ ਕਢਾਈ ਦੀ ਪਹਿਚਾਨ ਹੈ ACC वर्क, ठीक है। ACC वर्क ਵਿੱਚ ਸਿਰਫ 2 ਸਟਿਚ ਯੂਜ਼ ਹੁੰਦੇ ਆ, ਇੱਕ ਕ੍ਰਾਸ ਸਟਿਚ, ਠੀਕ ਹੈ, ਫਰਸਟ ਹੁੰਦਾ ਹੈ ਕ੍ਰਾਸ ਸਟਿਚ, ਸੈਕਿੰਡ ਹੁੰਦਾ ਹੈ ਹੋਲ ਬਿਨ ਸਟਿਚ, ਠੀਕ ਹੈ। ਆਪਾਂ ਕੀ ਕਰਦੇ ਆ, ਹੁਣ ਦੇਖੋ ਤੁਹਾਡੇ ਕੋਲ ਪਿਕਚਰ ਆ ਰਹੀ ਹੈ ਜਿਹਦੇ ਵਿੱਚ ਕ੍ਰਾਸ ਸਟਿਚ ਪਾਇਆ ਹੋਇਆ, ਠੀਕ ਹੈ, ਸੈਂਟਰ ਦਾ ਸਾਰਾ ਫਲਾਵਰ ਖਾਲੀ ਹੈ, ਤੁਹਾਨੂੰ ਫਲਾਵਰ ਦਿਖ ਰਿਹਾ ਹੈ, ਠੀਕ ਹੈ, ਤੁਹਾਨੂੰ ਕ੍ਰਾਸ ਵਰਕ ਨਹੀਂ ਦਿਖ ਰਿਹਾ, ਕ੍ਰਾਸ ਵਰਕ ਦੇ ਅੰਦਰ ਦਾ ਫਲਾਵਰ ਦਿਖ ਰਿਹਾ। ਫਲਾਵਰ ਕੀ ਹੈ? ਖਾਲੀ ਛੱਡ ਦਿੱਤਾ, ਆਲੇ ਦੁਆਲੇ ਕ੍ਰਾਸ ਵਰਕ ਕਰਤਾ ਔਰ ਉਹਦੀ ਆਊਟਲਾਈਨਿੰਗ ਕਿਹਦੇ ਨਾਲ ਕਰਤੀ? ਹੋਲ ਬਿਨ ਟਾਂਕੇ ਦੇ ਨਾਲ। ਇਹ ਜੋ ਹੈ ਇਹ ACC ਵਰਕ ਦੀ ਪਹਿਚਾਨ ਹੈ। ਇਹਦੇ ਕੀ ਬਣਦੇ ਆ? ਇਹਦੇ ਕੁਸ਼ਨ ਕਵਰ ਬਣਦੇ ਆ, ਪਿੱਲੋ ਕਵਰਸ ਬਣਦੇ ਆ, ਟੇਬਲ ਕਵਰ ਬਣ ਜਾਂਦੇ ਆ, ਬੈਡਸ਼ੀਟ ਬਣਦੀਆਂ, ਨੈਪਕਿਨਸ ਬਣਦੇ ਆ, ठीक है। उस तो बाद आंदी है गल क्रॉस वर्क दी। हुण आंदे आपां क्रॉस वर्क वाल। क्रॉस वर्क जो है ये एम्ब्रॉयडरी जो है इटली दी एम्ब्रॉयडरी है, ठीक है। क्रॉस वर्क एदा क्रॉस का मतलब की हुंदा एक्स, क्रॉस करना टांका, ठीक है। एदा एक्स आकार दा टांका हुंदा है, एक्स शेप दा टांका हुंदा है, एक दूजे नूं कटदा होया टांका हुंदा है। ये हमेशा जो एम्ब्रॉयडरी है तारा गिन के कीती जांदी है, टांके गिन के कीती जाती है, ठीक है। ਇਹਦੀ ਕੋਈ ट्रेस नहीं हुंदी, कुछ नहीं हुंदी, ਇਹਦਾ भी ग्राफ उतारिया जाता है, टांके गिने जाते हैं और एम्ब्रॉयडरी कीती जाती है। सब तो पहला आंदा है फासले विच क्रॉस टांका, ठीक है, फासले विच स्पेस क्रॉस टांका। जिवें कि तुसीं आ पिक्चर देख रहे हो, फासले विच क्रॉस टांका है, ਇਹਦੀ पिक्चर है, मतलब कि एक क्रॉस तो दूजे क्रॉस दे विच स्पेस छड्डी होई है, ठीक है, स्पेस पा दी है। स्पेस दे क्रिएट करके टांका बनाया जाता है, थोड़ी थोड़ी स्पेस छड़ के टांका क्रिएट किया जाता है। उस तो बाद आता है डबल क्रॉस स्टिच। डबल क्रॉस स्टिच की हुंदा है? जिवें इहदे नाम तो पता लगता पे 2 बार क्रॉस करना, ठीक है। देखो 2 बार डिजाइन दे विच क्रॉस किया होया, एक बार इदा क्रॉस, एक बार इदा क्रॉस, ठीक है। एक बार प्लस बनाना, एक बार क्रॉस बनाना है, तो वो जिहड़ा टांका बनता है वो किहड़ा बनता है? डबल क्रॉस टांका। उस तो बाद है लॉन्ग आर्म क्रॉस टांका, मतलब कि एक लाइन लंबी और बाकी क्रॉस, ठीक है। देखो जिवें यही तुहाडे को पिक्चर है, एक लाइन लंबी है और
क्रॉस बनाया होया, एक लाइन लंबी रख के क्रॉस बनाया होया, यानी कि देखने नूं किस तरह दा लग रहा है, क्लोज हैरिंग बोन वर्गा, ठीक है, क्लोज हैरिंग बोन स्टिच है। उस तो बाद है हंगेरियन लॉन्ग क्रॉस स्टिच, ठीक है, ये जिहड़ा टांका हुंदा है ਇਹ ਨੈਟ ਜਿਵੇਂ ਆਪਣੇ ਕੋਲ ਜਾਲੀ ਵਾਲੀ ਨੈਟ ਹੁੰਦੀ ਹੈ ਉਹਦੇ ਉੱਪਰ ਕੀਤਾ ਜਾਂਦਾ ਹੈ, ਜਾਂ ਫਿਰ ਅਗਰ ਸਾਡੇ ਕੋਲ ਜਾਲੀ ਵਾਲੀ ਨਹੀਂ ਹੈਗੀ ਤਾਂ ਆਪਾਂ ਕੀ ਕਰਦੇ ਆ, ਪਹਿਲਾਂ ਧਾਗੇ ਦੀਆਂ ਜਾਲੀ ਜੀ ਬਣਾਉਂਦੇ ਆ ਤੇ ਉਹਦੇ ਉੱਪਰ ਕ੍ਰੋਸ ਟਾਂਕਾ ਫਿਲ ਕਰਦੇ ਆ, ਉਹਨੂੰ ਬੋਲਦੇ ਆ ਹੰਗੇਰੀਅਨ ਲੌਂਗ ਕ੍ਰੋਸ ਸਟਿਚ, ਠੀਕ ਹੈ। ਉਸ ਤੋਂ ਬਾਅਦ ਹੈ ਹੈਰਿੰਗ ਬੋਨ ਕ੍ਰੋਸ ਸਟਿਚ, ਮੱਛੀ ਟਾਂਕਾ। ਜੋ ਮੱਛੀ ਟਾਂਕਾ ਹੈ हैरिंग बोन स्टिच आप बेसिक विच सिक्ख्या, हैरिंग बोन स्टिच ये किहदा रूप है, क्रॉस स्टिच दा रूप है, ठीक है, क्रॉस स्टिच दा टांका है ये। ਇਹਦੇ ਕੀ ਬਣ ਇਹਦੇ ਬਹੁਤ ਸਾਰੇ ਪੈਟਰਨ ਬਣਦੇ ਆ ਔਰ ਕਿੱਦਾਂ ਬਣਦੇ ਆ, ਦੋ ਲਾਈਨਸ ਦੇ ਵਿੱਚ, ਹਮੇਸ਼ਾ ਹੈਰਿੰਗ ਬੋਨ ਦੋ ਲਾਈਨਸ ਦੇ ਵਿੱਚ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਂਦਾ ਹੈ ਡਬਲ ਹੈਰਿੰਗ ਬੋਨ। ਡਬਲ ਹੈਰਿੰਗ ਬੋਨ ਕੀ ਹੁੰਦਾ, ਦੋ ਵਾਰ ਹੈਰਿੰਗ ਬੋਨ ਕਰਨਾ, ਬਟ ਇਹਦੀ ਇੱਕ ਸਪੈਸ਼ਲਿਟੀ ਹੈ, ਇੱਕ ਖਾਸੀਅਤ ਹੈ। ਪਹਿਲੀ ਵਾਰੀ ਅਸੀਂ ਜੋ ਟਾਂਕਾ ਲੈਂਦੇ ਆ ਉਹ ਸਿੰਗਲ ਕਲਰ ਦੇ ਵਿੱਚ ਲੈਂਦੇ ਆ, ਜਦੋਂ ਦੂਸਰੀ ਵਾਰ ਟਾਂਕਾ ਲੈਂਦੇ ਆ ਉਹ ਸੈਕਿੰਡ ਕਲਰ ਦੇ ਵਿੱਚ ਲੈਂਦੇ ਆ। ਇਹੀ ਅਸੀਂ ਧਿਆਨ ਵਿੱਚ ਰੱਖਣਾ, ਜਦੋਂ ਦੋਹਰਾ ਮੱਛੀ ਟਾਂਕਾ ਪਾਣਾ ਹੈ ਤਾਂ ਆਪਾਂ ਦੋ ਕਲਰ ਯੂਜ਼ ਕਰਨੇ ਆ। ਹੁਣ ਉਸ ਤੋਂ ਬਾਅਦ ਆਂਦਾ ਹੈ ਇਟਾਲੀਅਨ ਕ੍ਰੋਸ ਸਟਿਚ। ਇਟਾਲੀਅਨ ਕ੍ਰੋਸ ਸਟਿਚ, ਇਟਾਲੀਅਨ ਕ੍ਰੋਸ ਸਟਿਚ ਕੀ ਹੈ, ਕ੍ਰੋਸ ਸਟਿਚ ਪਾ ਦੇਣਾ और ਉਹਦੇ ਆਲੇ ਦੁਆਲੇ ਬਾਰਡਰ ਲਾਈਨ ਦੇਣੀ, ਠੀਕ ਹੈ, ਉਹ ਹੁੰਦੀ ਹੈ ਇਟਾਲੀਅਨ ਕ੍ਰੋਸ ਸਟਿਚ। ਕ੍ਰੋਸ ਸਟਿਚ ਪਾ ਕੇ ਉਹਨੂੰ ਬਾਕਸ ਦੇ ਵਿੱਚ ਕਵਰ ਕਰਨਾ, ਇਟਾਲੀਅਨ ਕ੍ਰੋਸ ਸਟਿਚ। ਉਸ ਤੋਂ ਬਾਅਦ ਆਂਦੀ ਹੈ ਯੂਨਾਨੀ ਕ੍ਰੋਸ ਟਾਂਕਾ, ਗ੍ਰੀਕ ਕ੍ਰੋਸ ਸਟਿਚ, ਠੀਕ ਹੈ। ਯੂਨਾਨੀ ਕ੍ਰੋਸ ਟਾਂਕਾ ਕੀ ਹੁੰਦਾ ਹੈ, ਇਹਦੇ ਵਿੱਚ ਕ੍ਰੋਸ ਬਣਾਉਂਦੇ ਆ ਤਾਂ ਸੈਂਟਰ ਵਿੱਚ ਗੱਠ ਪੈਂਦੀ ਹੈ, ठीक है। इस टांके की स्पैशलिटी ये है कि क्रॉस बनता पर सेंटर गठ पै के बनता है, उन्होंने बोलते हैं यूनानी क्रॉस टांका। उस तो बाद आता है राइस क्रॉस टांका। राइस का मतलब हुंदा चावल, ठीक है। ये देखो हुन ये जिहड़ा स्टिच है ये क्रॉस स्टिच का रूप है, बट जिवें चावल का छोटा जिहा दाना हुंदा है उस हिसाब नाल बनिया हुंदा। क्रॉस नूं सीधा नहीं क्रॉस किया जाता, छोटे छोटे पैटर्न्स दे विच, मतलब कि एक अद्धा टांका इधर, अद्धा टांका इधर, अद्धा टांका इधर, अद्धा टांका इधर, एवें ये जिहड़ा स्टिच है राइस क्रॉस स्टिच ये क्रिएट किया जाता। हुण क्रॉस वर्क दे क्या बन सकती है, क्रॉस वर्क दे लेडीज सूट बन सकते हैं, ठीक है, किट बन सकदियां ने, हैंड किट बन सकदियां ने, वॉल हैंगिंग्स, पुरानियां लेडीज वॉल हैंगिंग्स बनांदियां सी, है ना, पैटर्न मिलते हैं अज भी वॉल हैंगिंग्स दे, क्रॉस स्टिच दियां बहुत अच्छियां वॉल हैंगिंग्स बनदियां ने। नहीं तो असीं कपड़ा लैके खुद उहदे उपर डिजाइनिंग क्रिएट करके उहदी वॉल हैंगिंग क्रिएट कर सकदे आ। टेबल कवर ये बन जाते हैं, ठीक है, क्रॉस के जो बनते हैं टेबल कवर बन जाते हैं, बैडशीट बन जांदियां ने। पुराने जमाने में लेडीज अपने दाज विच की क्रॉस स्टिच दियां बैडशीट्स बना के लेके आंदियां सी, तुसीं देखिया होना अपने दादी दियां मम्मी दियां बनियां होईयां, ठीक है। ये जो की है क्रॉस स्टिच दे पहलां बहुत चीज़ां बनदियां सी। इन्हां दे कुशन कवर बन जाते हैं, ठीक है, कुशन के उपर तुसीं क्रॉस स्टिच पा के की है कुशन कवर तैयार कर सकते हो, बहुत प्यारे दे कुशन कवर बनते हैं। टेबल कोस्टर बन जाते हैं, ठीक है, कोस्टर जिहदे उपर आपां कप्स वगैरह रखते हैं, टेबल कोस्टर बनते हैं इन्हां दे बहुत सोहने। हैंड बैग, तुसीं कपड़ा लैके फैब्रिक लैके उहदे उपर क्रॉस वर्क दी कढ़ाई करो, कढ़ाई करन तो बाद उहनूं बैग दे रूप विच स्टिच कर दो, हैंड बैग बना लो अपना। या फिर घर विच कपड़ा लैके उहदियां किट्स बना लो, मतलब कि जिवें अपना फालतू समान इधर उधर छोटा मोटा ਆਪਾਂ खिलार के रखते हैं, एक क्रॉस वर्क का उपर काम करके पाउच क्रिएट करके उन्होंने वॉल दे नाल टंग सकते हैं, तां जो उहदे विच आपां छोटा छोटा अपना समान की है स्टोर करके रख सकते हैं। क्रॉस वर्क का जो भी बच्चों को काम कराया जाता है हमेशा गिन गिन के करवाया जाता है, ठीक है, और ये बच्चों का काम है जो बच्चों ने किया होया, ठीक है। ये सीगा अज दा जो चैप्टर। इस तो बाद हुण जी किसी दे कोई क्वेश्चन जी दलजीत मैम आवाज नहीं आ रही जी।
हेलो हेलो जी मैम ठीक है जी, आवाज आ रही है जी। जी आ रही है। हाँ जी बिल्कुल, क्वेरी सुनो तुसी जी। हाँ जी, ਜਿਹਦੇ ਕੋਈ क्वेश्चन है गया वो अपने कर सकदा, पूछ सकदा। हाँ जी नक्षत्र मैम जी, तुसी हैंड रेज कीता जी, काइंडली पूछो जी सवाल जी मैम। ಚೆನ್ನಾಗ್ಯಾ ಎಲ್ಲಿರೋದು ಮೈಸೂರಿನಲ್ಲ ಚಂದನ್ ಶೆಟ್ಟಿ ಮನೆ ಅವಳು ಎಲ್ಲಿದ್ದಾಳೆ जी दलजिंदर कौर जी आपने हैंड रेज किया है, पूछिए। ಈಗೆಲ್ಲ ಬಂದಿದ್ದಾನೆ। हेलो हाँ जी ಬಂದು ಅದೇನೋ ದಾನ ಮಾಡಿದ್ರಲ್ಲ ಊರಿಗೆಲ್ಲ ಊಟ ಅದೇನೋ ಮಾಡ್ಸಿದ್ರಪ್ಪ। हेलो हेलो जी मैम पूछिए पूछिए जी। जी हाँ जी हेलो सत श्री अकाल मैम। जी सत श्री अकाल जी। हाँ जी मैं दलजिंदर कौर बोलती पी जी जंडियाला गुरु तो। हेलो जी मैम आपका ना क्वेश्चन रखिए जी, मैम रिस्पांस करेंगे जी, आप पूछिए। हाँ जी मैम मैं ना ਜਨਾਨੀ ਕ੍ਰਾਸ ਸਟਿਚ ਬਾਰੇ ਪੁੱਛਣਾ ਸੀਗਾ ਜੀ, ਜੇ ਤੁਸੀਂ ਉਹਨੂੰ ਥੋੜਾ ਡਿਸਕ੍ਰਾਈਬ ਕਰ ਦਿਓ ਕਿ ਉਹ ਬਣਦਾ ਕਿਵੇਂ ਹੈ ਤਾਂ। यूनानी क्रॉस स्टिच हाँ जी ओहो मैम हेलो 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 हाँ जी मैम यूनानी ਜਿਹੜਾ क्रॉस स्टिच ਹੁੰਦਾ ਹੈ ਨਾ ਉਹਨੂੰ हाँ ਜੋ जी ਬਣਾਉਂਦੇ ਆ, ਜਦੋਂ ਬਣਾਉਂਦੇ ਆ ਉਹਦੇ ਉੱਪਰ ਕੀ ਬਣ ਜਾਂਦੀ ਹੈ, ਗੱਠ ਜੀ ਬਣ ਜਾਂਦੀ ਹੈ। ਹੁਣ ਤਾਂ ਪ੍ਰੈਕਟੀਕਲ ਤਾਂ ਮੈਮ ਇਹਦੇ ਵਿੱਚ ਹੈ ਨਹੀਂ ਕਿ ਆਪਾਂ ਪ੍ਰੈਕਟੀਕਲ ਕਰਕੇ ਦਿਖਾ ਸਕੀਏ। हेलो हेलो हाँ जी हेलो गुरदीप कौर मैडम। हाँ जी हेलो हाँ ਤੁਹਾਡਾ ਬਹੁਤ ਸੋਹਣਾ ਲੈਕਚਰ ਸੀ, ਕ੍ਰੋਸ ਸਟਿਚ ਦਾ ਬਹੁਤ ਸੋਹਣਾ ਤੁਸੀਂ ਲੈਕਚਰ ਦਿੱਤਾ ਹੈ। ਸਾਡੇ ਕਢਾਈ ਦੇ ਬੱਚਿਆਂ ਨੂੰ ਤੁਸੀਂ ਹਰ ਤਰ੍ਹਾਂ ਦਾ ਐਕਸਪਲੇਨ ਕੀਤਾ ਹੈ, ਇਹਦੇ ਕਾਇੰਟ ਬਾਰੇ ਦੱਸਿਆ ਹੈ। ਸਾਡੇ ਬੱਚਿਆਂ ਨੂੰ ਇਹਦਾ ਬਹੁਤ ਫਾਇਦਾ ਹੋਇਆ ਹੋਏਗਾ। ਠੀਕ ਹੈ हाँ जी मैम, क्योंकि प्रैक्टिकल नहीं हैगा ਇਹਦੇ ਵਿੱਚ ਤੇ ਆਪਾਂ ਸਟਿਚ ਪਾ ਕੇ ਨਹੀਂ ਦਿਖਾ ਸਕਦੇ। ਨਹੀਂ ਫਿਰ ਵੀ ਸਮਝ ਆ ਰਿਹਾ ਹੈ, ਸਮਝ ਆ ਰਿਹਾ ਹੈ। ਇਸ ਕਰਕੇ ਪਿਕਚਰਸ ਕਲੀਅਰਲੀ ਦਿੱਤੀਆਂ ਗਈਆਂ ਸੀ ਕਿ ਤਾਂ ਜੋ ਬੱਚਾ ਧਿਆਨ ਨਾਲ ਸਿੱਖ ਸਕੇ। नहीं नहीं ਤੁਹਾਡੀ ਪਿਕਚਰ ਬਹੁਤ ਕਲੀਅਰ ਨਜ਼ਰ ਆ ਰਹੀ ਹੈ, ਸਮਝ ਆ ਰਹੀ ਹੈ ਟਾਂਕਾ ਕਿਸ ਤਰ੍ਹਾਂ ਪੈਣਾ ਹੈ। हाँ जी हाँ जी हाँ जी हेलो हाँ जी मैम हाँ जी प्रिया हाँ जी ਤੁਹਾਡਾ ਲੈਕਚਰ ਬਹੁਤ ਵਧੀਆ ਸੀਗਾ, ਸਪੈਸ਼ਲੀ ਸੀਸੀ ਵਰਕ ਬਹੁਤ ਵਧੀਆ ਲੱਗਿਆ। हाँ जी थैंक यू। ਤੁਹਾਨੂੰ ਸਮਝ ਆ ਗਿਆ ਨਾ, ਬਸ ਇਹ ਜ਼ਰੂਰੀ ਹੈ। ਹਾਂ ਐਕਚੁਅਲੀ ਸਮਝ ਆ ਗਿਆ, ਬਹੁਤ ਵਧੀਆ ਸੀਗਾ। ਬੱਚਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ। ਕਿਉਂਕਿ ਬੱਚਿਆਂ ਨੂੰ ਸਮਝ ਆਉਣਾ ਚਾਹੀਦਾ, ਇਹ ਜ਼ਰੂਰੀ ਹੈ। ਜ਼ਿਆਦਾ ਮਿਹਨਤ ਕਰਨ ਦਾ ਤਾਂ ਹੀ ਫਾਇਦਾ। ਨਹੀਂ 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 ਬਹੁਤ ਸੋਹਣਾ ਬੱਚਿਆਂ ਨੇ ਕੰਮ ਹਾਂਜੀ ਹਾਂਜੀ शिल्पी ਹਾਂਜੀ पूरा तो बहुत बढ़िया लेक्चर सी। ਹਾਂਜੀ ਮੈਮ स्लाइड्स बहुत बढ़िया सी, क्लियरली पिक तो सारा समझ आ रहा सी, बहुत बढ़िया। ਹਾਂਜੀ ਥੈਂਕ ਯੂ। ਪਰ ਮੈਮ ਇੱਕ ਪ੍ਰੋਬਲਮ ਇਹ ਹੈ ਕਿ ਮੈਂ ਹੁਣੇ ਪ੍ਰੈਕਟੀਕਲ ਸੈਸ਼ਨ ਨਹੀਂ ਹੈਗਾ ਇਹ, ਠੀਕ ਹੈ, ਤੇ ਆਪਾਂ ਇਹਦੇ ਵਿੱਚ ਪ੍ਰੈਕਟੀਕਲ ਨਹੀਂ ਕਰਕੇ ਸਿਖਾ ਸਕਦੇ, ਤੇ ਆਪਾਂ ਇਸ ਕਰਕੇ ਪਿਕਚਰਸ ਲੈ ਕੇ ਆਉਂਦੇ ਆ ਕਲੀਅਰਲੀ ਕਿ ਬੱਚਿਆਂ ਨੂੰ ਪਿਕਚਰਸ ਤੋਂ ਕਲੀਅਰਲੀ ਸਮਝ ਆ ਜਾਏ ਸਾਰਾ। पिक्चर्स तो क्लियर आ रही है नजर मैम। आ रही है मैम, समझ बिल्कुल क्लियर समझ आ रही है। ਹਾਂਜੀ ਹਾਂਜੀ अगला लेक्चर जल्दी दइयो, बहुत बढ़िया लेक्चर सी। नमस्कार मैम, दलजीत मैम। ਹਾਂਜੀ ਹਾਂਜੀ मैं वासनात्री मोहाली तो
ਤੁਹਾਡਾ ਲੈਕਚਰ ਬਹੁਤ ਹੀ ਵਧੀਆ ਸੀਗਾ, ਨੋ ਡਾਊਟ ਸ਼ਿਲਪੀ ਮੈਮ ਨੇ ਬਿਲਕੁਲ ਠੀਕ ਕਿਹਾ, ਪਿਕਚਰਸ ਬਹੁਤ ਕਲੀਅਰ ਸੀਗੀਆਂ ਤੇ ਟੀਚਰ ਸਾਹਿਬਾਨ ਤਾਂ ਜਿਸ ਤਰ੍ਹਾਂ ਸਮਝ ਆਇਆ ਹੈ ਮੇਰੇ ਖਿਆਲ 'ਚ ਬੱਚਿਆਂ ਨੂੰ ਬਹੁਤ ਜ਼ਿਆਦਾ ਸਮਝ ਆਇਆ ਹੋਣਾ, ਕਿਉਂਕਿ ਕਾਫੀ ਅੱਛਾ ਮਟੀਰੀਅਲ ਸੀ ਤੁਹਾਡੇ ਕੋਲ ਤੇ ਬਹੁਤ ਹੀ ਵਧੀਆ, ਤੁਸੀਂ ਬਹੁਤ ਮਿਹਨਤ ਕੀਤੀ ਹੋਈ ਸੀਗੀ ਆਪਣੀ ਸਲਾਈਡਸ ਦੇ ਉੱਤੇ, ਪੀਪੀਟੀ ਬਹੁਤ ਅੱਛੀ ਸੀ, ਐਕਸੀਲੈਂਟ, ਬਹੁਤ ਵਧੀਆ। ਥੈਂਕ ਯੂ ਮੈਮ, ਥੈਂਕ ਯੂ ਮੈਮ, ਮੈਂ ਤੁਹਾਡੇ ਵੀ ਲੈਕਚਰ ਲਏ ਆ, ਤੁਹਾਡੇ ਬਹੁਤ ਵਧੀਆ ਹੁੰਦੇ ਆ। ਥੈਂਕ ਯੂ ਮੈਮ, ਥੈਂਕ ਯੂ। हेलो हेलो, हाँ अनुष्का मैम। हाँ जी सत श्री अकाल मैम आपका लेक्चर बहुत अच्छा था, जैसे सब बोल रहे हैं। मैंने लास्ट टाइम भी आपका लेक्चर सुना था, काफी अच्छा था। शिल्पी मैम का भी मतलब आप लोगों का नाम सुन के ही मतलब बहुत अच्छा फील होता है कि उनका लेक्चर है, वही मिस नहीं करना है। बिल्कुल। मैम मेरी बात ये थी कि जैसे शिल्पी मैम ने इम्पोर्टेंट क्वेश्चंस बताए हैं, हमें आपके लेक्चर में इसमें भी हेल्प हो जाती है इम्पोर्टेंट क्वेश्चंस की, थोड़ा आइडिया हो जाता है। कल है आप मेरा सेशन, उसमें एमसीक्यू क्वेश्चंस होंगे, बट एक्चुअली हम एमसीक्यू टॉपिक के वाइज लेकर आएंगे, ठीक है, टॉपिक वाइज लेकर आएंगे क्वेश्चंस लेकर। वो कोई बात नहीं मैम। और मैम मॉड्यूल 1 तो भारत स्किल में है, देन मॉड्यूल 2 भारत स्किल में आई थिंक नहीं है, मैंने आज नहीं चेक किया, लास्ट डे तक चेक किया था। तो अगर उसमें भी आ जाए तो एक जगह रिकॉर्ड हो जाता है, देन कभी अगर इधर उधर मिस होते हैं, कहीं गए हैं, देन अपनी कैसे भी करके इजिली देख सकते हैं। रोहिता जी आप कहाँ से बोल रहे हैं? रोहिता जी मैम ITI आदमपुर। ITI आदमपुर से, ओके ओके। हेलो हाँ जी, मैंने लास्ट वीक सुना था इनका भी। हाँ जी शिल्पी मैम का नाम सुन के इतनी एनर्जी फील होती है मुझे। शिल्पी मैम का लेक्चर है अच्छा, दिलजीत मैम का मैं मिस नहीं करना चाहती। गुड गुड, अच्छी बात है, तो सबकी हो जाएगी मैम। आप सभी के लिए लेक्चर है, आप सभी के लिए है लेक्चर। हाँ जी हाँ जी, थैंक यू सो मैम। वो अगर वहाँ आ जाते हैं तो सबकी हेल्प हो जाएगी। हेलो हाँ जी, मैं नक्षत्र मैडम। हाँ जी हाँ जी, बहुत ਵਧੀਆ ਲੱਗਿਆ ਮੈਡਮ, ਬਹੁਤ ਮੁਕਤਸਰ ਤੋਂ। हाँ जी ਠੀਕ ਹੈ, हाँ जी थैंक यू मैम। ਥੋੜਾ ਜਿਹਾ ਆਪਾਂ ਨਾ ਥੋੜਾ ਜਿਹਾ ਪੰਜਾਬੀ ਚ ਹੋਰ ਸਮਝਾਉਣ ਦੀ ਕੋਸ਼ਿਸ਼ ਕਰੀਏ ਬੱਚਿਆਂ ਨੂੰ ਪੰਜਾਬੀ ਦੇ ਵਿੱਚ। ਮੇਰਾ ਐਕਚੁਅਲੀ ਸਮਝਾਉਣ ਦਾ ਸੀਗਾ, ਲੈਕਚਰ ਲੰਬਾ ਹੋ ਗਿਆ ਸੀ, ਮੈਨੂੰ ਸਾਰੇ ਕਹਿੰਦੇ ਸੀ ਕਿ ਮੈਮ ਲੈਕਚਰ ਬਹੁਤ ਵੱਡਾ, ਮੈਂ ਕਿਹਾ ਮੈਂ ਜ਼ਿਆਦਾ ਨਹੀਂ ਖਿੱਚੂੰਗੀ ਇਹਨੂੰ, ਠੀਕ ਹੈ ਮੇਨ ਚੀਜ਼ ਸਮਝਾਉਂਗੀ ਔਰ ਮੈਂ ਕੰਪਲੀਟ ਕਰਨ ਦੀ ਜਲਦੀ ਕੋਸ਼ਿਸ਼ ਕਰੂੰਗੀ, ਕਿਉਂਕਿ ਲੈਕਚਰ ਮੇਰਾ ਵੱਡਾ ਸੀ, ਕਾਫੀ ਟੌਪਿਕ ਜ਼ਿਆਦਾ ਸੀ। ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ, ਠੀਕ ਹੈ। ਹਾਂਜੀ, ਪਰ ਜੇ ਕਿਸੇ ਨੂੰ ਕੋਈ ਮਤਲਬ ਕਿ ਨਾ ਸਮਝ ਆਈ ਹੋਵੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੋਵੇ, ਦੁਬਾਰਾ ਲੈਕਚਰ ਲੈਣਾ ਚਾਹੁੰਦਾ ਹੋਵੇ ਤਾਂ ਉਹ ਮੈਨੂੰ ਮੈਸੇਜ ਕਰੇ, ਦੁਬਾਰਾ ਫਿਰ ਇਸ ਟੌਪਿਕ ਤੇ ਲੈਕਚਰ ਹੋ ਜਾਏਗਾ, ਫਿਰ ਕਲੀਅਰਲੀ ਫਿਰ ਛੋਟਾ ਛੋਟਾ ਕਰਕੇ ਸਮਝਾਇਆ ਜਾਏਗਾ। ਹਾਂਜੀ ਹਾਂਜੀ, ਉਹ ਬਸ ਪੰਜਾਬੀ ਕਹਿੰਦੇ ਬੱਚੇ, ਠੀਕ ਹੈ ਜੀ। ਹੈਲੋ ਦਿਲਜੀਤ ਮੈਮ। ਹਾਂਜੀ ਹਾਂਜੀ ਮੈਮ, ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ, ਔਰ ਸਪੈਸ਼ਲੀ ਜਿਹੜਾ ਪੰਜਾਬੀ ਦੇ ਵਿੱਚ ਜਿਹੜਾ ਸਾਰਾ ਮੈਟਰ ਤਿਆਰ ਕੀਤਾ ਹੋਇਆ ਸੀ, ਉਹ ਸਕਰੀਨ ਸ਼ੇਅਰ ਜਿਹੜੀ ਕੀਤੀ ਉਹ ਵੀ ਸਾਰੀ ਪੰਜਾਬੀ ਚ ਸੀ, ਉਹਦੇ ਨਾਲ ਬੱਚਿਆਂ ਨੂੰ ਬਹੁਤ ਤਰੀਕੇ ਨਾਲ ਸਮਝ ਲੱਗਿਆ ਹੋਏਗਾ। ਬਹੁਤ ਬਹੁਤ ਥੈਂਕਸ ਮੈਮ ਤੁਹਾਡਾ। ਓਕੇ, ਥੈਂਕ ਯੂ ਸੋ ਮਚ। ਪੰਜਾਬੀ ਵਿੱਚ ਲੈਕਚਰ ਐਕਚੁਅਲੀ ਇਸੇ ਕਰਕੇ ਤਿਆਰ ਕੀਤੇ ਜਾ ਰਹੇ ਆ ਕਿਉਂਕਿ ਆਪਣੇ ਜੋ ਬੱਚੇ ਆ ਉਹ ਇੰਗਲਿਸ਼ ਘੱਟ ਸਮਝ ਪਾਉਂਦੇ ਆ, ਪੰਜਾਬੀ ਜ਼ਿਆਦਾ ਸਮਝ ਪਾਉਂਦੇ ਆ, ਇਸ ਕਰਕੇ ਸਾਨੂੰ ਥੋੜੀ ਡਬਲ ਮਿਹਨਤ ਕਰਨੀ ਪੈਂਦੀ ਹੈ ਉਹਨੂੰ ਪੰਜਾਬੀ ਚ ਕਰਨ ਦੀ। ਹਾਂਜੀ मैम। बट पार्डन मैम, वेरी सॉरी, पर जो आप हेडिंग देते हो उसको इंग्लिश में साथ में जरूर देना क्योंकि पेपर इंग्लिश में आता है। हेडिंग इंग्लिश से है मेरी। हनी है आपके, लेकिन उसको थोड़ा सा इंग्लिश में भी रहने देना, पंजाबी में भी रहने, ताकि दोनों ही लैंग्वेज बच्चे इजीली बिल्कुल बिल्कुल, क्योंकि इंग्लिश पंजाबी इस करके ली जाती है ना क्योंकि ਆਪਾਂ ਨਾ ਪੰਜਾਬੀ ਵਿੱਚ ਟਾਂਕੇ ਦਾ ਮਤਲਬ ਹੋਰ ਹੋ ਜਾਂਦਾ और इंग्लिश में टांके का मतलब और हो जाता है, इस करके दोनों एग्जाम जैसे आता है ना तो फिर थोड़ा दोनों को मिक्स करके अच्छे से इजीली क्वेश्चन नहीं भी आता देन अंडरस्टूड हो जाता है। बिल्कुल बिल्कुल बिल्कुल, थैंक यू। और किसी दे कोई क्वेश्चन? ठीक है मैम, फिर सेशन थैंक्स करके फिर करिए बाइंड अप जी।
अपना ਹਾਂਜੀ ਜੇ जब ਕਿਸੇ लास्ट ਦਾ स्लाइड ਤੁਸੀਂ ਦਿਖਾਣਾ ਚਾਹ ਰਹੇ ਹੋ ਤਾਂ ਦਿਖਾ ਦਿਓ, ਜਿੱਦੇ ਤੁਹਾਡਾ ਕੰਟੈਕਟ ਨੰਬਰ ਈਮੇਲ ਆਈਡੀ ਐਕਚੁਅਲੀ ਹੋਵੇ ਜੀ। ਮੈਮ ਮੇਰਾ ਲੈਪਟਾਪ ਤੋਂ ਕਨੈਕਸ਼ਨ ਬਿਲਕੁਲ ਟੁੱਟ ਗਿਆ, ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਹੋਈ। ਮੈਂ ਓਕੇ, ਤੁਸੀਂ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਬੋਲ ਸਕਦੇ ਹੋ, ਪੰਜਾਬੀ ਤੇ ਇੰਗਲਿਸ਼ ਦੋਨਾਂ ਚ ਬੋਲ ਦਿਓ ਜਰਾ, 84 ਇਸ ਤਰ੍ਹਾਂ ਜੋ ਵੀ ਆਪਣਾ ਡਿਜਿਟਲ ਜਰਾ ਠੀਕ ਹੈ ਕਾਈਂਡਲੀ ਕਰੀ, ਤੇ ਈਮੇਲ ਆਈਡੀ ਜਰਾ ਨੋਟ ਕਰਵਾ ਦਿਓ ਇਹਨਾਂ ਨੂੰ ਠੀਕ ਹੈ। ਸਟੂਡੈਂਟਸ ਲਈ। ਤੁਸੀਂ ਜੀ ਜਿਹੜੇ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਫੋਨ ਤੇ ਕੰਟੈਕਟ ਕਰ ਸਕਦਾ ਹੈ, ਮੈਸੇਜ ਕਰ ਸਕਦਾ ਹੈ। ਮੇਰਾ ਨੰਬਰ ਨੋਟ ਕਰ ਲਓ 9592501121। ਠੀਕ ਹੈ, ਮੇਰਾ ਕੰਟੈਕਟ ਨੰਬਰ। ਔਰ ਮੈਨੂੰ ਮੇਲ ਵੀ ਕਰ ਸਕਦੇ ਹੋ ਤੁਸੀਂ SONIA Sonia 100 SWEET@gmail.com ਤੇ। ਠੀਕ ਹੈ, ਇਹਦੇ ਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ। ठीक है मैम, सेशन करिए ओवर जी। ठीक है, ओके, थैंक यू मैम, थैंक्स टू ऑल, थैंक यू मैम।